Hello everyone, welcome to Raj Malhotra IAS YouTube channel. I'm Amandeep Kaur and from today onwards we'll continue with the series of Punjab Economic Survey. So मैं उम्मीद करदी ਹਾਂ ਕਿ ਸਭ ਦੀ ਪੰਜਾਬ PCS ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਏਗੀ ਤੇ ਤੁਸੀਂ ਪੰਜਾਬ ਬਜਟ ਦੀਆਂ ਸਾਰੀਆਂ ਵੀਡੀਓਜ਼ ਦੇਖ ਲਿਆ ਹੋਣਗੀਆਂ, ਉਹਨਾਂ ਨੂੰ ਸਮਝ ਲਿਆ ਹੋਏਗਾ ਤੇ ਨੋਟਸ ਬਣਾ ਲਏ ਹੋਣਗੇ। ਪੰਜਾਬ ਬਜਟ ਦੇ ਜੋ ਵੀ ਨੋਟਸ ਨੇ ਉਹਨਾਂ ਦਾ PDF ਤੁਹਾਨੂੰ ਟੈਲੀਗ੍ਰਾਮ ਤੇ ਅਵੇਲੇਬਲ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ I suggest you to revise 2 to 3 times before the examination, ठीक है। सो ਉਹਦੇ ਤੋਂ ਬਾਅਦ ਹੁਣ ਆਪਾਂ ਇਕਨੋਮਿਕ ਸਰਵੇ ਕਵਰ ਕਰਨ ਵਾਲੇ ਹਾਂ ਤੇ ਜਿੱਦਾਂ ਬੇਸਿਕ ਆਈਡੀਆ ਆਪਾਂ ਨੂੰ ਹੈ ਕਿ ਬਜਟ ਕੀ ਹੈ ਕਿ ਇੱਕ ਸਾਲ ਦੇ ਵਿੱਚ ਸਰਕਾਰ ਦੇ ਕੀ ਖਰਚੇ ਹੋਣਗੇ, ਕਿੱਥੋਂ ਕਮਾਈ ਹੋਣੀ ਹੈ, ਉਹਦੇ ਬਾਰੇ ਜੋ ਵੀ ਇਨਫੋਰਮੇਸ਼ਨ ਹੈ ਆਪਾਂ ਨੂੰ ਕਿੱਥੋਂ ਮਿਲਦੀ ਆ ਬਜਟ ਦੇ ਵਿੱਚੋਂ ਮਿਲਦੀ ਹੈ। ਤੇ ਅਗਰ ਆਪਾਂ ਗੱਲ ਕਰੀਏ ਇਕਨੋਮਿਕ ਸਰਵੇ ਦੀ ਜੋ ਡਿਪਾਰਟਮੈਂਟ ਆਫ ਫਾਈਨਾਂਸ ਪਬਲਿਸ਼ ਕਰਦਾ ਹੈ, ਇਕਨੋਮਿਕ ਸਰਵੇ ਦੱਸਦਾ ਕਿ ਓਵਰਆਲ ਕਿਸੇ ਵੀ ਸਟੇਟ ਦੀ ਜਾਂ ਦੇਸ਼ ਦੀ ਇਕੋਨਮੀ ਦੀ ਪਰਫਾਰਮੈਂਸ ਕੀ ਹੈ, ਜਿਹਦੇ ਕਰਕੇ ਤੁਹਾਨੂੰ ਕਮੀਆਂ ਵੀ ਪਤਾ ਚੱਲਦੀਆਂ ਨੇ, ਤੁਹਾਡੇ ਜੋ ਬੈਨੀਫਿਟਸ ਨੇ ਜਾਂ ਚੰਗੀ ਆਊਟਪੁੱਟ ਹੈ ਉਹ ਵੀ ਪਤਾ ਚੱਲਦੀ ਹੈ ਤੇ ਮਤਲਬ ਅੱਗੇ ਜਿੱਦਾਂ ਦੀ ਵੀ ਪੋਲਿਸੀ ਸਰਕਾਰ ਨੇ ਬਣਾਉਣੀ ਆ ਉਹਦੇ ਵਿੱਚ ਮਦਦ ਜਿਹੜੀ ਹੈ ਉਹ ਮਿਲਦੀ ਹੈ ਅਗਰ ਆਪਾਂ ਇਕਨੋਮਿਕ ਸਰਵੇ ਨੂੰ ਧਿਆਨ ਨਾਲ ਪੜ੍ਹਦੇ ਹਾਂ। ਆਪਣੇ ਲਈ ਇਕਨੋਮਿਕ ਸਰਵੇ ਕਿਉਂ ਇੰਪੋਰਟੈਂਟ ਹੈ? ਲਾਈਕ ਆਈ ਰੀਅਲੀ ਫੀਲ ਲਾਈਕ ਕਿ ਅਗਰ ਇਕਨੋਮਿਕ ਸਰਵੇ ਨੂੰ ਚੰਗੀ ਤਰੀਕੇ ਨਾਲ ਪੜ੍ਹ ਲਿਆ ਜਾਵੇ ਤਾਂ ਆਪਾਂ ਨੂੰ ਪੰਜਾਬ ਦੇ ਹਰ ਪੱਖ ਬਾਰੇ ਬਹੁਤ ਚੰਗੀ ਤਰੀਕੇ ਨਾਲ ਸਮਝ ਆ ਸਕਦੀ ਹੈ, ਇਨਫੋਰਮੇਸ਼ਨ ਆਪਣੇ ਕੋਲ ਆ ਸਕਦੀ ਹੈ, ਠੀਕ ਹੈ ਜੀ। ਸੋ ਇਕਨੋਮਿਕ ਸਰਵੇ ਦੀ ਜਿਹੜੀ ਕਲਾਸਿਸ ਜੋ ਆਪਾਂ ਸ਼ੁਰੂ ਕਰਦੇ ਹਾਂ, ਜੋ ਪਹਿਲਾ ਹੀ ਚੈਪਟਰ ਹੈ ਇਕਨੋਮਿਕ ਸਰਵੇ ਦਾ ਉਹਦਾ ਨਾਮ ਹੈ ਮੈਕਰੋ ਇਕੋਨੋਮਿਕ ਓਵਰਵਿਊ, ਠੀਕ ਹੈ, ਕਿ ਓਵਰਆਲ ਇਕੋਨਮੀ ਦੀ ਗਰੋਥ ਕਿਵੇਂ ਹੈ, ਜੋ ਵੀ ਆਪਾਂ ਐਕਟੀਵਿਟੀਜ਼ ਕਰ ਰਹੇ ਹਾਂ, ਜੋ ਵੀ ਕਿੱਤੇ ਹੋ ਰਹੇ ਨੇ ਪੰਜਾਬ ਦੇ ਵਿੱਚ ਕਿੰਨਾ ਕੁ ਉਹ ਕੰਟਰੀਬਿਊਟ ਕਰ ਪਾ ਰਹੇ ਨੇ, ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ, ਕਿਸ ਕਿੱਤੇ ਦੇ ਵਿੱਚ ਜ਼ਿਆਦਾ ਲੋਕ ਜਿਹੜਾ ਰੋਜ਼ਗਾਰ ਹੈ ਉਹ ਮਿਲ ਪਾ ਰਿਹਾ ਹੈ। ਸੋ ਸਾਰਾ ਕੁਛ, ਮਹਿੰਗਾਈ ਕਿੰਨੀ ਹੈ, ਕੀ ਉਹਦਾ ਟਰੈਂਡ ਹੈ, ਸਭ ਕੁਛ ਪਹਿਲਾ ਜੋ ਚੈਪਟਰ ਹੈ ਉਹਦੇ ਵਿੱਚ ਡਿਸਕਸ ਕੀਤਾ ਗਿਆ ਹੈ। ਸੋ ਆਪਾਂ ਅੱਜ ਤੋਂ ਸ਼ੁਰੂ ਕਰਨ ਵਾਲੇ ਹਾਂ, ਠੀਕ ਹੈ। ਸੋ ਲੈਟਸ ਬਿਗਨ ਵਿਦ ਦ ਵੈਰੀ ਫਸਟ ਚੈਪਟਰ ਐਜ਼ ਆਈ ਟੋਲਡ ਯੂ ਦੈਟ ਇਜ਼ ਮੈਕਰੋ ਇਕੋਨੋਮਿਕ ਓਵਰਵਿਊ। ਚੈਪਟਰ ਸ਼ੁਰੂ ਹੁੰਦੇ ਜੀ ਸਭ ਤੋਂ ਪਹਿਲਾਂ ਉਹ ਦੱਸਦੇ ਨੇ ਕਿ ਆਪਣੇ ਜੋ ਨੋਰਮਲ ਡਾਟਾ ਲਿਖਿਆ ਗਿਆ, ਜੋ ਆਪਾਂ ਨੇ ਪੰਜਾਬ ਬਜਟ ਦੇ ਟਾਈਮ ਵੀ ਕੀਤਾ ਸੀ ਕਿ ਦੇਸ਼ ਦੀ ਜਿਹੜੀ ਜਦੋਂ ਆਪਾਂ GDP ਕੈਲਕੂਲੇਟ ਕਰਦੇ ਹਾਂ, ਸਿਮਿਲਰ ਲੈਵਲ 'ਤੇ ਆਪਣੇ ਕੋਲ ਸਟੇਟਸ ਦੀ ਵੀ ਆਪਾਂ ਕੀ ਕੈਲਕੂਲੇਟ ਕਰਦੇ ਹਾਂ, ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਠੀਕ ਹੈ। ਇਹ ਤੁਹਾਨੂੰ ਯਾਦ ਹੋਏਗਾ ਬਿਕੋਜ਼ ਅਗਰ ਤੁਸੀਂ ਬਜਟ ਦੀਆਂ ਕਲਾਸਿਸ ਲਗਾਈਆਂ ਹੋਣਗੀਆਂ। ਸੋ ਆਪਣੇ ਫਸਟ ਲੈਕਚਰ ਦੇ ਵਿੱਚ ਪ੍ਰੋਪਰ ਜਿੰਨੀਆਂ ਵੀ ਬੇਸਿਕ ਇਕੋਨੋਮਿਕ ਟਰਮਸ ਉਹਨਾਂ ਨੂੰ ਕਵਰ ਕੀਤਾ ਹੈ ਅਤੇ ਹੁਣ ਵੀ ਧਿਆਨ ਰੱਖਾਂਗੇ ਕਿ ਜਿੰਨੀਆਂ ਵੀ ਬੇਸਿਕ ਇਕੋਨੋਮਿਕ ਟਰਮਸ ਨੇ ਆਪਾਂ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਦੇਖ ਲਈਏ, ਠੀਕ ਹੈ। ਸੋ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ GDP ਤੁਸੀਂ ਸਮਝਦੇ ਹੋਵੋਗੇ ਇੱਕ ਦੇਸ਼ ਦੇ ਵਿੱਚ ਇੱਕ ਸਾਲ ਦੇ ਵਿੱਚ ਕਿੰਨਾ ਆਊਟਪੁੱਟ ਆਈ ਹੈ, ਟੋਟਲ ਮੋਨੇਟਰੀ ਵੈਲਿਊ ਆਫ ਆਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਇਨ ਅ ਕੰਟਰੀ ਵਿਦ ਇਨ ਅ ਈਅਰ, ਦੈਟ ਇਜ਼ GDP। ਉਹ ਹੋ ਗਈ ਆਪਣੀ ਨੈਸ਼ਨਲ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ ਵੀ ਸੇਮ, ਸਟੇਟਸ ਆਪਣੀ ਜਿਹੜੀ ਇਕੋਨਮਿਕ ਗਰੋਥ ਹੈ ਉਹਨੂੰ ਕੈਲਕੂਲੇਟ ਕਰਦੀਆਂ ਨੇ, ਜੋ ਬੋਲਦੇ ਨੇ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਠੀਕ ਹੈ ਜੀ। ਸੋ ਕਿੰਨੀ ਹੈ? ਅਗਰ ਕੁਇਕ ਐਸਟੀਮੇਟਸ ਦੇਖੀਏ ਤਾਂ 6.2% ਹੈ, ਅਗਰ ਐਡਵਾਂਸ ਐਸਟੀਮੇਟ ਦੇਖੀਏ ਤਾਂ 6.0% ਹੈ। ਹੁਣ ਇਹ ਕੁਇਕ ਅਤੇ ਐਡਵਾਂਸ ਐਸਟੀਮੇਟ ਕੀ ਹੁੰਦੇ ਆ ਬਹੁਤ ਜ਼ਿਆਦਾ ਡਿਟੇਲ 'ਚ ਜਾਣਨ ਦੀ ਲੋੜ ਨਹੀਂ ਹੈ, ਬੇਸਿਕ ਯਾਦ ਰੱਖਿਓ। ਜਿਹੜੇ ਐਡਵਾਂਸ ਐਸਟੀਮੇਟ ਹੁੰਦੇ ਆ ਉਹ ਫਾਈਨੈਂਸ਼ੀਅਲ ਈਅਰ ਦੇ ਐਂਡ ਹੋਣ ਤੋਂ ਪਹਿਲਾਂ ਦੇ ਐਸਟੀਮੇਟ ਹੈ, ਜਿਹਦੇ ਵਿੱਚ ਪ੍ਰੋਪਰ ਐਡੂਕੇਟ ਡਾਟਾ ਨਹੀਂ ਹੁੰਦਾ, ਆਪਾਂ ਅੰਦਾਜ਼ੇ ਨਾਲ ਦੇਖ ਲੈਂਦੇ ਕਿ ਕਿੰਨੀ ਗਰੋਥ ਹੋ ਸਕਦੀ ਆ। ਕੁਇਕ ਐਸਟੀਮੇਟ ਹੁੰਦਾ ਜਦੋਂ ਫਾਈਨੈਂਸ਼ੀਅਲ ਈਅਰ ਖਤਮ ਹੋ ਜਾਂਦਾ, ਤੁਹਾਡੇ ਕੋਲ ਡਾਟਾ ਹੁੰਦਾ, ਐਗਜ਼ੈਕਟ ਡਾਟਾ ਨਹੀਂ, ਮਤਲਬ ਪ੍ਰੋਪਰ ਡਾਟਾ ਨਹੀਂ, ਬਾਅਦ ਦੇ ਵਿੱਚ ਕੁਛ ਐਕਚੁਅਲ ਜਿਹੜੀ GDP ਹੁੰਦੀ ਆ ਉਹ 'ਚ ਚੇਂਜਸ ਵੀ ਆ ਜਾਂਦੀਆਂ ਨੇ, ਬਟ ਇਹ ਐਸਟੀਮੇਟਸ ਨੇ ਐਡਵਾਂਸ ਅਤੇ ਕੁਇਕ। ਤਾਂ ਓਵਰਆਲ ਮਤਲਬ ਐਵਰੇਜ ਦੇਖੀਏ ਤਾਂ 6% ਦੀ ਜਿਹੜੀ ਗਰੋਥ ਹੈ ਉਹ ਪੰਜਾਬ ਸਰਕਾਰ ਜਿਹੜੀ ਪੰਜਾਬ ਇਕੋਨਮੀ ਆ ਸ਼ੋਅ ਕਰ ਰਹੀ ਹੈ। ਅਗਰ ਇਹਨੂੰ ਮੈਂ ਕੰਪੇਅਰ ਕਰਾਂ ਇੰਡੀਆ ਦੀ GDP ਗਰੋਥ ਨਾਲ ਤਾਂ ਉਹ ਕਿੰਨੀ ਸੀ ਸੇਮ ਈਅਰ ਦੇ ਵਿੱਚ 6.4%। ਤਾਂ ਸਮਹਾਓ ਜਿਹੜੀ ਹੈਗੀ ਆ ਉਹ ਸਿਮਿਲਰ ਹੈ। ਇੱਕ ਪੁਆਇੰਟ ਇੱਥੇ ਆਪਾਂ ਨੇ ਨੋਟ ਕਰਨਾ ਹੈ, ਜੋ ਵੀ ਐਗਜ਼ਾਮਸ ਹੋ ਰਹੇ ਆ ਨਾ ਉਹਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਜਾ ਰਹੇ ਹੋ ਇੱਦਾਂ ਦੇ ਹੈ ਕਿ ਇੱਕ ਸਟੇਟਮੈਂਟ ਦੇ ਵਿੱਚ ਤੁਹਾਨੂੰ ਸਟੇਟ ਸਪੈਸੀਫਿਕ ਚੀਜ਼ ਪੁੱਛ ਰਿਹਾ, ਦੂਸਰੀ ਤੁਹਾਨੂੰ ਨੈਸ਼ਨਲ ਲੈਵਲ, ਮਤਲਬ ਅਗਰ ਇਕੋਨੋਮਿਕ ਸਰਵੇ ਜਾਂ ਬਜਟ ਦੇ ਵਿੱਚੋਂ ਕੁਐਸਚਨ ਬਣਦਾ ਹੈ ਤਾਂ ਤੁਹਾਨੂੰ ਦੋਨੋਂ ਕਰਨੇ ਨੇ, ਇੰਡੀਆ ਲੈਵਲ ਦਾ ਬਜਟ ਵੀ, ਇਕੋਨੋਮਿਕ ਸਰਵੇ ਵੀ ਅਤੇ ਪੰਜਾਬ ਲੈਵਲ ਦਾ ਵੀ। ਇਹ ਗੱਲ ਧਿਆਨ 'ਚ ਰੱਖਣੀ ਆ, ਠੀਕ ਹੈ ਜੀ। ਚਲੋ ਸੋ ਅੱਗੇ ਇਹਨਾਂ ਦੇ ਪੰਜਾਬ ਐਵਰੇਜ ਦੀ ਗੱਲ ਕਰੀਏ ਵੀ ਪੰਜਾਬ ਦੀ ਗ੍ਰੋਸ ਡੋਮੈਸਟਿਕ ਜੋ ਵੈਲਿਊ ਆ ਅਗਰ ਉਹਦੀ ਮੈਂ ਐਵਰੇਜ ਲਵਾਂ 2021 ਤੋਂ 2025 ਤੱਕ, ਦੈਟ ਇਜ਼ 4.9%, ਰਾਈਟ। ਨੋਟ ਇੰਪੋਰਟੈਂਟ ਟੂ ਨੋ ਅਬਾਊਟ ਦੀ ਵੈਲਿਊਜ਼, ਬਟ ਇੱਕ ਆਈਡੀਆ ਜਿਹਾ ਆਪਾਂ ਰੱਖਣਾ। ਚਲੋ ਉਹਦੇ ਤੋਂ ਬਾਅਦ ਸਭ ਤੋਂ ਪਹਿਲਾਂ ਡਿਸਕਸ ਹੋ ਰਿਹਾ ਕਿ ਆਪਣੀ ਇੱਕ ਜਿਹੜੀ ਜਿੰਨੀ ਵੀ ਕਿੱਤੇ ਨੇ
ਉਹਨਾਂ ਨੂੰ ਅਗਰ ਆਪਾਂ ਵੰਡ ਲਈਏ ਇਕੋਨਮੀ ਵਿੱਚ ਆਪਾਂ ਕਿਵੇਂ ਪੜ੍ਹਦੇ ਹਾਂ ਕਿ ਆਪਣੇ ਕੋਲ 3 ਸੈਕਟਰ ਨੇ। ਪ੍ਰਾਇਮਰੀ ਸੈਕਟਰ ਹੈ ਜਿਹਦੇ ਵਿੱਚ ਐਗਰੀਕਲਚਰ ਖੇਤੀਬਾੜੀ ਆ ਗਈ ਜਾਂ ਉਹਦੇ ਜਿਹੜੇ ਨਾਲ ਦੇ ਮਿਲਦੇ ਜੁਲਦੇ ਕਿੱਤੇ ਨੇ ਉਹ ਸਾਰੇ ਆਪਣੇ ਕੋਲੇ ਪ੍ਰਾਇਮਰੀ ਸੈਕਟਰ ਦੇ ਵਿੱਚ ਆ ਜਾਂਦੇ ਆ। ਫਿਰ ਆਪਾਂ ਗੱਲ ਕਰ ਰਹੇ ਸੈਕੰਡਰੀ ਸੈਕਟਰ ਦੀ, ਠੀਕ ਹੈ। ਸੈਕੰਡਰੀ ਦੇ ਵਿੱਚ ਆਪਣੇ ਕੋਲ ਕੀ ਆ ਜਾਂਦੀਆਂ ਨੇ, ਇੰਡਸਟਰੀਜ਼, ਮੈਨੂਫੈਕਚਰਿੰਗ, ਫੈਕਟਰੀਜ਼ ਸਾਰੀਆਂ ਆਪਣੇ ਕੋਲ ਇੰਡਸਟਰੀਅਲ ਸੈਕਟਰ ਵਿੱਚ ਆ ਜਾਂਦੀਆਂ। ਫਿਰ ਥਰਡ ਸੈਕਟਰ ਹੈ ਟਰਸ਼ਰੀ ਸੈਕਟਰ ਜਿਹਦੇ ਵਿੱਚ ਆਪਣੇ ਕੋਲ ਸਰਵਿਸਿਜ਼, ਟਰਾਂਸਪੋਰਟੇਸ਼ਨ, ਹੈਲਥ ਸਰਵਿਸਿਜ਼ ਹੈ ਨਾ, ਇਹ ਸਭ ਕੁਛ ਆਪਣੇ ਕੋਲ ਕਿੱਥੇ ਆ ਜਾਂਦਾ ਥਰਡ ਸੈਕਟਰ ਦੇ ਵਿੱਚ। ਤੇ ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਆਊਟਪੁੱਟ ਤਾਂ ਆਪਾਂ ਤਿੰਨਾਂ ਨੂੰ ਕੰਪੇਅਰ ਕਰਦੇ ਹਾਂ, ਰਾਈਟ। ਤਾਂ ਇੱਥੇ ਆਪਾਂ ਨੂੰ ਡਾਟਾ ਦਿੱਤਾ ਹੈ ਪੰਜਾਬ ਸਰਕਾਰ ਨੇ ਕਿ ਅਗਰ ਆਪਾਂ ਗੱਲ ਕਰੀਏ ਐਗਰੀਕਲਚਰ ਦੀ ਤਾਂ ਉਹਦੇ ਵਿੱਚ ਜਿਹੜੀ ਗਰੋਥ ਦੇਖਣ ਨੂੰ ਮਿਲੀ ਆ ਉਹ ਕਿੰਨੀ ਹੈ 3.1%, ਠੀਕ ਹੈ। 3.1% ਆਪਾਂ ਨੂੰ ਮਿਲਿਆ। ਅਗਰ ਇੰਡਸਟਰੀਜ਼ ਦੀ ਗੱਲ ਕਰੀਏ, ਇੰਡਸਟਰੀ ਵਿੱਚ ਆਪਾਂ ਨੂੰ ਕਿੰਨਾ ਹੈ 6.6%, ਠੀਕ ਹੈ। ਅਗਰ ਸਰਵਿਸ ਦੀ ਗੱਲ ਕਰੀਏ ਤਾਂ 7.1%। ਤੁਸੀਂ ਦੇਖ ਸਕਦੇ ਹੋ ਕਿ ਅਗਰ ਆਪਾਂ ਇੱਥੇ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਰੀਅਲ ਗਰੋਥ ਆ ਉਹ ਕਿਹੜੇ ਸੈਕਟਰ 'ਚ ਦੇਖਣ ਨੂੰ ਮਿਲ ਰਹੀ ਹੈ, ਆਪਾਂ ਨੂੰ ਟਰਸ਼ਰੀ ਸੈਕਟਰ ਦੇ ਵਿੱਚ, ਸਰਵਿਸ ਸੈਕਟਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਡਾਟਾ ਬਹੁਤ ਇੰਪੋਰਟੈਂਟ ਹੈ ਪ੍ਰੀਲਿਮਸ ਵਾਸਤੇ ਵੀ ਤੇ ਮੇਨਸ ਵਾਸਤੇ ਵੀ, ਠੀਕ ਹੈ। ਐਗਰੀਕਲਚਰ ਤੋਂ ਬਾਅਦ ਮੈਨੂਫੈਕਚਰਿੰਗ ਸੈਕਟਰ, ਉਹ ਤੋਂ ਬਾਅਦ ਤੁਹਾਡੇ ਕੋਲ ਕੀ ਆ ਰਿਹਾ ਸਰਵਿਸ ਸੈਕਟਰ, ਧਿਆਨ 'ਚ ਰੱਖਣਾ। ਅਗਰ ਮੈਂ ਗੱਲ ਕਰਾਂ GSV ਦੀ, ਠੀਕ ਹੈ, ਦੈਟ ਇਜ਼ ਗ੍ਰੋਸ ਸਟੇਟ ਵੈਲਿਊ ਐਡੀਸ਼ਨ, ਉਹ ਕਿੰਨੀ ਹੈ, ਮਤਲਬ ਗਰੋਥ ਕਿੰਨੀ ਹੈ 24% ਜਿਹੜੀ ਗਰੋਥ ਹੈ ਉਹ ਕਿੱਥੋਂ ਆ ਰਹੀ ਹੈ ਤੁਹਾਡੇ ਕੋਲੇ ਐਗਰੀਕਲਚਰ ਸੈਕਟਰ ਤੋਂ। ਦੈਨ ਨੀਅਰ ਅਬਾਊਟ 28% ਕਿੱਥੋਂ ਹੈ ਮੈਨੂਫੈਕਚਰਿੰਗ ਸੈਕਟਰ ਤੋਂ। ਐਂਡ 47% ਦੇ ਅਰਾਊਂਡ ਜਿਹੜਾ ਗਰੋਥ ਦੇ ਵਿੱਚ ਯੋਗਦਾਨ ਹੈ, ਕੰਟਰੀਬਿਊਸ਼ਨ ਹੈ, ਉਹ ਕਿਹਦਾ ਹੈ ਤੁਹਾਡੇ ਦੁਆਰਾ ਤੋਂ ਸਰਵਿਸ ਸੈਕਟਰ ਦਾ। ਹੁਣ ਥੋੜ੍ਹਾ ਜਿਹਾ ਕਨਫਿਊਜ਼ ਹੋ ਸਕਦੇ ਹੋ ਕਿ ਰੀਅਲ ਗਰੋਥ ਤੇ GSV ਇਹਦੇ ਵਿੱਚ ਕੀ ਫਰਕ ਹੋਇਆ ਹੈ ਨਾ। ਆਲਰੇਡੀ ਚੀਜ਼ਾਂ ਆਪਾਂ ਕਰੀਆਂ ਨੇ ਪੰਜਾਬ ਬਜਟ ਦੇ ਵਿੱਚ, ਬਟ ਚਲੋ ਥੋੜ੍ਹਾ ਜਿਹਾ ਕੁਇਕਲੀ ਇਹਨੂੰ ਰਿਵਾਈਜ਼ ਕਰ ਲੈਂਦੇ ਹਾਂ। ਆਪਾਂ ਜਦੋਂ GDP ਕੈਲਕੂਲੇਟ ਕਰਦੇ ਹਾਂ, GDP ਕੀ ਹੁੰਦੀ ਹੈ ਟੋਟਲ ਇਕੋਨੋਮਿਕ ਆਊਟਪੁੱਟ, ਦੇਸ਼ 'ਚ ਕਿੰਨਾ ਸਮਾਨ ਬਣਿਆ ਇੱਕ ਸਾਲ ਦੇ ਵਿੱਚ ਤੁਹਾਡੀ GDP ਹੁੰਦੀ ਹੈ। GDP ਨੂੰ ਕੈਲਕੂਲੇਟ ਕਰਨ ਦੇ ਬਹੁਤ ਮੈਥਡ ਨੇ, ਬਹੁਤ ਤਰੀਕੇ ਨੇ। ਜੇ ਮੈਂ ਸੈਂਟਰ ਲੈਵਲ ਦੀ ਗੱਲ ਕਰਾਂ ਤੇ ਜਿਵੇਂ ਤੁਸੀਂ ਸੁਣਿਆ ਹੋਊਗਾ ਐਕਸਪੈਂਡੀਚਰ ਮੈਥਡ ਹੈ, ਠੀਕ ਹੈ, ਵੈਲਿਊ ਐਡੀਸ਼ਨ ਮੈਥਡ ਹੈ, ਇਨਕਮ ਮੈਥਡ ਹੈ, ਬਹੁਤ ਤਰੀਕੇ ਹੁੰਦੇ ਆ ਜੋ ਤੁਸੀਂ ਕਿਸੇ ਦੇਸ਼ ਦੀ ਟੋਟਲ ਵੈਲਿਊ ਆਊਟਪੁੱਟ ਕਿੰਨਾ ਉਹਨੇ ਕਮਾਇਆ, ਕੀ ਉਹਦੇ ਪੂਰੇ ਸਾਲ ਦੇ ਵਿੱਚ ਆਊਟਪੁੱਟ ਆਈ ਹੈ, ਉਹਨੂੰ ਕੈਲਕੂਲੇਟ ਕਰਦੇ ਹੋ। ਕੁਛ ਤਰੀਕੇ ਨੇ ਜਿਹੜੇ ਦੇਖਦੇ ਨੇ ਪ੍ਰੋਡਕਸ਼ਨ ਸਾਈਡ ਨੂੰ ਵੀ ਕਿੰਨਾ ਪ੍ਰੋਡਿਊਸ ਹੋਇਆ, ਠੀਕ ਹੈ, ਪ੍ਰੋਡਕਸ਼ਨ ਸਾਈਡ ਨੂੰ। ਕੁਛ ਤਰੀਕੇ ਨੇ ਜੋ ਦੇਖਦੇ ਨੇ ਐਕਸਪੈਂਡੀਚਰ ਸਾਈਡ ਨੂੰ, ਠੀਕ ਹੈ, ਕਿ ਕਿੰਨਾ ਖਰਚਾ ਹੋਇਆ। ਜਿਹੜਾ ਆਪਾਂ ਮੈਥਡ ਯੂਜ਼ ਕਰਦੇ ਹਾਂ ਕਿ ਬਈ ਇੰਨਾ ਚੀਜ਼ ਕਮਾ ਲਈ ਗਈ, ਕਮਾਉਣ ਤੋਂ ਬਾਅਦ ਜਿਹੜੀ ਫਾਈਨਲ ਚੀਜ਼ ਹੱਥ ਆਈ ਹੈ ਉਹਦੀ ਵੈਲਿਊ ਕਿੰਨੀ ਆ, ਉਹ ਹੋ ਗਿਆ ਆਪਣਾ ਐਕਸਪੈਂਡੀਚਰ ਸਾਈਡ। ਪ੍ਰੋਡਕਸ਼ਨ ਮਤਲਬ ਜਦੋਂ ਚੀਜ਼ ਬਣ ਰਹੀ ਸੀ, ਲਾਈਕ ਬ੍ਰੈਡ ਦੀ ਐਗਜ਼ਾਮਪਲ ਲੈ ਲਓ, ਬ੍ਰੈਡ ਬਣ ਰਿਹਾ, ਸਭ ਤੋਂ ਪਹਿਲਾਂ ਤੁਸੀਂ ਕਣਕ ਖਰੀਦੋਗੇ, ਫਿਰ ਉਹਦਾ ਆਟਾ ਬਣੇਗਾ, ਫਿਰ ਉਹ ਬੇਕਰੀ ਜਾਏਗਾ, ਫਿਰ ਉਹਦਾ ਬ੍ਰੈਡ ਬਣੇਗਾ। ਜੋ ਪ੍ਰੋਡਕਸ਼ਨ ਸਾਈਡ 'ਤੇ ਕਿੰਨਾ ਖਰਚਾ ਆਇਆ ਜਦੋਂ ਉਸ ਚੀਜ਼ ਨੂੰ ਚੈੱਕ ਕਰਦੇ ਹਾਂ ਉਹ ਕਿਹੜਾ ਹੋ ਗਿਆ ਤੁਹਾਡਾ ਪ੍ਰੋਡਕਸ਼ਨ ਸਾਈਡ ਵਾਲਾ। ਅਤੇ ਜਿਹੜਾ ਆਪਾਂ ਗੱਲ ਕਰ ਰਹੇ ਹਾਂ GDP ਨੂੰ ਆਪਾਂ ਐਕਸਪੈਂਡੀਚਰ ਸਾਈਡ 'ਤੇ ਮੰਨ ਲੈਂਦੇ ਹਾਂ। ਜਿਹੜਾ ਉੱਥੇ ਲਿਖਿਆ ਨਾ GSVA ਵੈਲਿਊ ਐਡਿਡ ਮੈਥਡਸ ਵੀ ਆਪਾਂ ਯੂਜ਼ ਕਰਦੇ ਹਾਂ ਸੈਂਟਰ ਲੈਵਲ 'ਤੇ ਵੀ ਅਤੇ ਸਟੇਟ ਲੈਵਲ 'ਤੇ ਵੀ। ਗ੍ਰੋਸ ਸਟੇਟ ਵੈਲਿਊ ਐਡੀਸ਼ਨ ਕੀ ਹੁੰਦਾ ਕਿ ਪ੍ਰੋਡਕਸ਼ਨ ਸਾਈਡ 'ਤੇ ਕਿੰਨਾ ਖਰਚਾ ਆਇਆ। ਮਤਲਬ ਅਗਰ ਮੈਂ ਇਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਾਂ, ਇਟ ਇਜ਼ ਸਿੰਪਲੀ ਦੀ ਟੋਟਲ ਆਊਟਪੁੱਟ, ਰਾਈਟ। ਇਟ ਇਜ਼ ਸਿੰਪਲੀ ਦੀ ਵੈਲਿਊ ਆਫ ਆਲ ਗੁਡਸ ਐਂਡ ਸਰਵਿਸਿਜ਼ ਮੇਡ ਇਨ ਅ ਪ੍ਰੋਪਰ ਟਾਈਮ ਪੀਰੀਅਡ ਮਾਈਨਸ ਕਰ ਦਿਓ ਉਹਦੇ ਵਿੱਚੋਂ ਕਿੰਨਾ ਤੁਹਾਡਾ ਖਰਚਾ ਆਇਆ, ਠੀਕ ਹੈ। ਜੋ ਮੈਂ ਐਗਜ਼ਾਮਪਲ ਦਿੱਤੀ ਸੀ ਬ੍ਰੈਡ ਵਾਲੀ, ਦੁਬਾਰਾ ਯਾਦ ਕਰੋ, ਉਹਦੇ ਵਿੱਚੋਂ ਜੋ ਖਰਚਾ ਆਇਆ ਰॉ ਮਟੀਰੀਅਲ ਜਾਂ ਪ੍ਰੋਡਕਸ਼ਨ ਦਾ ਖਰਚਾ, ਉਹ ਕੱਢ ਕੇ ਪਿੱਛੇ ਉਹ ਚੀਜ਼ ਕਿੰਨੇ ਦੀ ਬਣੀ ਹੈ, ਠੀਕ ਹੈ, ਉਹਦੀ ਵੈਲਿਊ ਕੀ ਆ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ GSVA ਗ੍ਰੋਸ ਸਟੇਟ ਵੈਲਿਊ ਐਡਿਡ, ਯਾਦ ਰੱਖਣਾ। ਅਗਰ ਮੈਂ ਬਿਲਕੁਲ ਲੇਮੈਨ ਲੈਂਗੁਏਜ 'ਚ ਗੱਲ ਕਰਨ ਦੀ ਕੋਸ਼ਿਸ਼ ਕਰਾਂ, ਬਸ ਮੈਂ ਇੰਨਾ ਸਮਝਣਾ ਜਦੋਂ ਤਾਂ ਆ ਗਈ GSVA ਦੀ ਗੱਲ, ਇਹ ਹੈਗੀ ਆ, ਇਹ ਆਪਾਂ ਸੈਕਟਰ ਵਾਈਜ਼ ਲੈਂਦੇ ਹਾਂ ਕਿ ਕਿਸੇ ਵੀ ਸੈਕਟਰ ਦੀ ਕਿੰਨੀ ਕੰਟਰੀਬਿਊਸ਼ਨ ਹੈ ਕਿਸੇ ਵੀ ਸਟੇਟ ਦੀ ਇਕੋਨਮੀ ਨੂੰ, ਉਦੋਂ ਆਪਾਂ GSVA ਨਾਲ ਕੈਲਕੂਲੇਟ ਕਰਦੇ ਹਾਂ। ਇੰਨਾ ਆਪਾਂ ਧਿਆਨ 'ਚ ਰੱਖਣਾ, ਰਾਈਟ। ਜਦੋਂ ਆਪਾਂ GDP ਕੈਲਕੂਲੇਟ ਕਰਦੇ ਹਾਂ ਉਹ ਆਪਾਂ ਓਵਰਆਲ ਜਿਹੜੀ ਆਪਣੀ ਤਰੱਕੀ ਆ ਉਹ ਦੇਖਦੇ ਹਾਂ। ਇਹ ਗੱਲ ਬਸ ਇੰਨਾ ਕੁ ਡਿਫਰੈਂਸ ਧਿਆਨ 'ਚ ਰੱਖਿਓ। ਸੋ GSVA ਆਪਾਂ ਨੂੰ ਸਿੰਪਲੀ ਇਹ ਦੱਸਦਾ ਕਿ ਪਰ ਸੈਕਟਰ ਕਿੰਨਾ ਯੋਗਦਾਨ ਹੈ ਕਿਸੇ ਵੀ ਕਿੱਤੇ ਦਾ ਓਵਰਆਲ ਇਕੋਨਮੀ ਦੇ ਵਿੱਚ, ਇਹ ਧਿਆਨ 'ਚ ਰੱਖਿਓ। ਜਿੱਥੇ ਆ ਗਈ ਰੀਅਲ ਗਰੋਥ ਰੇਟ ਸਿੰਪਲ ਹੈ, ਪਿਛਲੇ ਸਾਲ ਦੀ ਆਊਟਪੁੱਟ ਕੀ ਸੀ, ਇਸ ਸਾਲ ਦੀ ਆਊਟਪੁੱਟ ਕੀ ਹੈ, ਦੋਵਾਂ ਦਾ ਜਿਹੜਾ ਡਿਫਰੈਂਸ ਹੈ ਉਹਦੀ ਪਰਸੈਂਟੇਜ ਨੂੰ ਬੋਲਦੇ ਨੇ ਰੀਅਲ ਗਰੋਥ, ਠੀਕ ਹੈ। ਮੰਨ ਲਓ ਪਿਛਲੀ ਵਾਰ ਆਪਣਾ ਜਿਹੜਾ ਟੋਟਲ ਆਊਟਪੁੱਟ ਸੀਗਾ ਦੈਟ ਵਾਜ਼ 5.3 ਲੱਖ ਕਰੋੜਸ, ਇਸ ਵਾਰ ਆਪਣੀ 5 ਲੱਖ ਕਰੋੜਸ ਮੰਨ ਲਓ। ਅਗਰ ਦੋਹਾਂ ਦਾ ਮੈਂ ਐਵਰੇਜ ਕੱਢਾਂ 5.3 ਮਾਈਨਸ 5 ਬਾਈ 5 ਆਈ ਥਿੰਕ ਇਟ ਵਿਲ ਬੀ ਨੀਅਰ ਅਬਾਊਟ 6%, ਠੀਕ ਹੈ। ਬਟ 6% ਆਪਾਂ ਨੇ ਤਰੱਕੀ ਕਰੀ ਆ। ਮਤਲਬ ਪਿਛਲੇ ਸਾਲ ਦੀ ਆਊਟਪੁੱਟ ਅਤੇ ਇਸ ਸਾਲ ਦੀ ਆਊਟਪੁੱਟ ਨੂੰ ਜਦੋਂ ਕੰਪੇਅਰ ਕਰਦੇ ਹਾਂ ਉਹਨੂੰ ਬੋਲਦੇ ਨੇ ਰੀਅਲ ਗਰੋਥ ਰੇਟ, ਠੀਕ ਹੈ। ਇਹ ਗੱਲ ਧਿਆਨ 'ਚ ਰੱਖਿਓ। ਚਲੋ ਸੋ ਯਾਦ ਮੈਨੇ ਕੀ ਕਰਨਾ ਹੈ, ਆਰਡਰ ਜੋ ਪੁੱਛਿਆ ਜਾ ਸਕਦਾ ਹੈ। ਤਾਂ ਮਤਲਬ ਕਿ ਜਦੋਂ ਆਪਾਂ
ਕੰਟਰੀਬਿਊਸ਼ਨ ਦੀ ਗੱਲ ਕਰ ਰਹੀ ਹਾਂ ਕਿ ਕਿਹੜਾ ਸੈਕਟਰ ਜ਼ਿਆਦਾ ਇਕੋਨਮੀ ਨੂੰ ਕੰਟਰੀਬਿਊਟ ਕਰ ਰਿਹਾ, ਸਭ ਤੋਂ ਪਹਿਲਾਂ ਹੈਗਾ ਸਰਵਿਸ ਸੈਕਟਰ, ਉਦੋਂ ਘੱਟ ਮੈਨੂਫੈਕਚਰਿੰਗ ਸੈਕਟਰ ਮਤਲਬ ਇੰਡਸਟਰੀਅਲ ਸੈਕਟਰ, ਉਦੋਂ ਘੱਟ ਤੁਹਾਡਾ ਐਗਰੀਕਲਚਰ। ਇਹ ਯਾਦ ਰੱਖਣਾ। ਇਹ ਬਿਲਕੁਲ ਪੈਟਰਨ ਸੇਮ ਹੈ ਜੋ ਇੰਡੀਆ ਲੈਵਲ ਦਾ, ਇੰਡੀਆ ਲੈਵਲ 'ਤੇ ਵੀ ਸੇਮ ਹੈ। ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਕਿਸੇ ਵੀ ਆਪਣੀ ਇਕੋਨਮੀ ਨੂੰ ਇੰਡੀਆ ਦੀ ਇਕੋਨਮੀ 'ਚ ਕੌਣ ਹੈ? ਸਰਵਿਸ ਸੈਕਟਰ, ਦੈਨ ਸੈਕੰਡਰੀ ਸੈਕਟਰ, ਦੈਨ ਯੋਰ ਪ੍ਰਾਇਮਰੀ ਸੈਕਟਰ। ਸੇਮ ਹੈ ਤਾਂ ਇਹ ਗੱਲ ਧਿਆਨ 'ਚ ਰੱਖਣੀ ਹੈ। ਅੱਗੇ ਇਹਨਾਂ ਨੇ ਕੰਪੇਅਰ ਵੀ ਕਰਕੇ ਦੱਸਿਆ ਆਪਾਂ ਨੂੰ ਬਿਲਕੁਲ ਪੰਜਾਬ ਦੇ ਇੰਡੀਆ ਦਾ ਕਿ ਸੇਮ ਹੈ, ਬਟ ਇੱਕ ਡਿਫਰੈਂਸ ਹੈ। ਅਗਰ ਤੁਸੀਂ ਧਿਆਨ ਨਾਲ ਲਿਖਣ ਦੀ ਕੋਸ਼ਿਸ਼ ਕਰੋਗੇ ਨਾ, ਅਗਰ ਆਪਾਂ ਇੰਪਲੋਇਮੈਂਟ ਸ਼ੇਅਰ ਦੇਖੀਏ ਕਿ ਕਿੰਨਾ ਯੋਗਦਾਨ ਹੈ ਕਿ ਸੈਕਟਰ ਉਹ ਸਮਝ ਆ ਗਿਆ, ਉਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਪਾ ਰਹੇ ਆ। ਅਗਰ ਆਪਾਂ ਉਹ ਦੇਖੀਏ ਐਗਰੀਕਲਚਰ ਦੇ ਵਿੱਚ ਕਿੰਨਾ ਇੰਪਲੋਇਮੈਂਟ ਸ਼ੇਅਰ ਹੈ, ਨੀਅਰ ਅਬਾਊਟ 28%। ਠੀਕ ਹੈ। ਅਗਰ ਆਪਾਂ ਗੱਲ ਕਰੀਏ ਇੰਡਸਟਰੀਜ਼ ਦੀ, ਨੀਅਰ ਅਬਾਊਟ 32%। ਅਗਰ ਮੈਂ ਗੱਲ ਕਰਾਂ ਸਰਵਿਸ ਸੈਕਟਰ ਦੀ, ਦੈਟ ਇਜ਼ 41% ਦੇ ਅਰਾਊਂਡ। ਸੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਡਿਫਰੈਂਟ ਹੈ ਇੰਡੀਆ ਲੈਵਲ ਨਾਲੋਂ। ਮਤਲਬ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸਟੇਬਲਾਈਜ਼ਡ ਹੈ ਪੰਜਾਬ ਦੇ ਕੇਸ ਦੇ ਵਿੱਚ। ਬਿਕਾਜ਼ ਸਭ ਤੋਂ ਘੱਟ ਕੰਟਰੀਬਿਊਸ਼ਨ ਕਿਹਦੀ ਹੈ? ਐਗਰੀਕਲਚਰ ਦੀ, ਉਹਦੇ ਤੋਂ ਬਾਅਦ ਇੰਡਸਟਰੀਜ਼ ਦੀ, ਉਹਦੇ ਤੋਂ ਬਾਅਦ ਸਰਵਿਸ ਦੀ। ਸੇਮ ਨੰਬਰ ਜਿਹੜਾ ਹੈਗਾ ਉਹਦੀ ਇੰਪਲੋਇਮੈਂਟ ਸ਼ੇਅਰ ਹੈ। ਸਭ ਤੋਂ ਘੱਟ ਲੋਕ ਕਿੱਥੇ ਕੰਮ ਕਰ ਰਹੇ ਨੇ? ਐਗਰੀਕਲਚਰ ਦੇ ਵਿੱਚ, ਉਦੋਂ ਬਾਅਦ ਇੰਡਸਟਰੀਜ਼ ਦੇ ਵਿੱਚ, ਉਦੋਂ ਬਾਅਦ ਸਰਵਿਸ ਸੈਕਟਰ ਦੇ ਵਿੱਚ। ਤਾਂ ਕਿਤੇ ਨਾ ਕਿਤੇ ਜਿਹੜਾ ਈਵਨ ਡਿਸਟਰੀਬਿਊਸ਼ਨ ਹੈਗੀ ਆ, ਬਟ ਇਹ ਇੰਡੀਆ ਨਾਲ ਨਹੀਂ ਮੈਚ ਕਰ ਰਿਹਾ। ਇੰਡੀਆ ਦੇ ਵਿੱਚ ਨੋ ਡਾਊਟ ਕੰਟਰੀਬਿਊਸ਼ਨ ਸੇਮ ਹੈ। ਸਭ ਤੋਂ ਜ਼ਿਆਦਾ ਕੰਟਰੀਬਿਊਟ ਸਰਵਿਸ ਸੈਕਟਰ ਕਰਦਾ ਹੈ, ਉਦੋਂ ਘੱਟ ਮੈਨੂਫੈਕਚਰਿੰਗ, ਉਦੋਂ ਘੱਟ ਤੁਹਾਡਾ ਐਗਰੀਕਲਚਰ ਸੈਕਟਰ। ਪਰ ਅਗਰ ਮੈਂ ਇੰਪਲੋਇਮੈਂਟ ਸ਼ੇਅਰ ਦੀ ਗੱਲ ਕਰਾਂ, ਸਭ ਤੋਂ ਜ਼ਿਆਦਾ ਇੰਪਲੋਇਮੈਂਟ ਇੰਡੀਆ ਲੈਵਲ 'ਤੇ ਲੋਕਾਂ ਨੂੰ ਕਿੱਥੇ ਹੈ? ਸਭ ਤੋਂ ਵੱਧ ਲੋਕ ਕਿੱਥੇ ਇੰਪਲੋਇਡ ਨੇ? ਐਗਰੀਕਲਚਰ ਦੇ ਵਿੱਚ। ਠੀਕ ਹੈ। ਆਲਦੋ ਤੁਸੀਂ ਪੜ੍ਹਦੇ ਹੋਵੋਗੇ ਦੀ ਲੋੜ ਨਹੀਂ ਹੈਗੀ, ਜਿਹਨੂੰ ਆਪਾਂ ਡਿਸਕਸਡ ਇੰਪਲੋਇਮੈਂਟ ਬੋਲਦੇ ਨੇ, ਡਿਸਕਸ ਇੰਪਲੋਇਮੈਂਟ। ਬਟ ਚਲੋ ਮੇਨ ਆਪਾਂ ਤੇ ਗੱਲ ਕਰ ਰਹੇ ਹਾਂ ਕਿ ਕੰਟਰੀਬਿਊਸ਼ਨ ਓਵਰਆਲ ਇੰਡੀਅਨ ਇਕੋਨਮੀ ਨੂੰ ਐਗਰੀਕਲਚਰ ਦਾ ਘੱਟ ਹੈ, ਬਟ ਲੋਕ ਉੱਥੇ ਕੰਮ ਬਹੁਤ ਜ਼ਿਆਦਾ ਕਰ ਰਹੇ ਨੇ। ਠੀਕ ਹੈ। ਸੋ ਇਹ ਥੋੜ੍ਹਾ ਜਿਹਾ ਡਿਫਰੈਂਸ ਹੋ ਗਿਆ ਇੰਡੀਆ ਨਾਲੋਂ, ਇਹ ਧਿਆਨ 'ਚ ਰੱਖਣਾ। ਸੋ ਪੰਜਾਬ ਪਰਸਪੈਕਟਿਵ ਨਾਲ ਤੁਹਾਨੂੰ ਗੱਲ ਸਮਝ ਆ ਗਈ ਹੋਏਗੀ ਕਿ ਤਿੰਨਾਂ ਸੈਕਟਰਸ ਦੀ ਕੀ ਕੰਟਰੀਬਿਊਸ਼ਨ ਹੈ। ਐਂਡ ਤੁਸੀਂ ਦੇਖੋਗੇ ਕਿ ਪਹਿਲੇ ਚੈਪਟਰ ਦੇ ਵਿੱਚ ਉਹ ਤੁਹਾਨੂੰ ਮੋਟਾ ਦੱਸ ਰਹੇ ਨੇ ਸੈਕਟਰਸ ਦੇ ਬਾਰੇ। ਅੱਗੇ ਚੈਪਟਰਸ ਆਉਣਗੇ ਜਿਨ੍ਹਾਂ ਵਿੱਚ ਉਹਨਾਂ ਨੇ ਇਕੱਲੇ ਸੈਕਟਰ ਨੂੰ ਬਹੁਤ ਇਲੈਬੋਰੇਟ ਦੇ ਵੇ ਵਿੱਚ ਸਮਝਾਇਆ ਹੋਇਆ, ਜੋ ਆਪਾਂ ਕਵਰ ਕਰਾਂਗੇ। ਅੱਗੇ ਚਾਰਟ ਹੈ, ਦੇਖ ਸਕਦੇ ਹੋ। ਕੰਪੇਅਰ ਕੀਤਾ ਇੰਡੀਆ ਦੀ ਜਿਹੜੀ ਓਵਰਆਲ ਗਰੋਥ ਆ ਅਤੇ ਪੰਜਾਬ ਦੀ ਜਿਹੜੀ ਓਵਰਆਲ ਗਰੋਥ ਆ, ਤਾਂ ਕੁਛ ਖਾਸ ਫਰਕ ਨਹੀਂ ਆ। ਐਵਰੇਜ ਸੇਮ ਹੀ ਹੈ, ਉਹ 6% ਤੇ 6.4% ਤੇ, ਤੋਂ ਜ਼ਿਆਦਾ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਇੱਥੇ ਨਹੀਂ ਮਿਲ ਰਿਹਾ। ਓਕੇ ਜੀ। ਫਿਰ ਉਹ ਥੋੜ੍ਹੀ ਜਿਹੀ ਗੱਲ ਕਰਦੇ ਨੇ ਐਗਰੀਕਲਚਰ ਸੈਕਟਰ ਦੀ। ਨੋ ਡਾਊਟ ਲਾਈਕ ਸੋਨੇ ਦੀ ਚਿੜੀ ਅਤੇ ਪੂਰੇ ਦੇਸ਼ ਨੂੰ ਖਾਣਾ ਖਵਾਉਣ ਵਾਲਾ ਸਾਡਾ ਪੰਜਾਬ, ਅਤੇ ਫੂਡ ਬਾਊਲ ਬੋਲਿਆ ਜਾਂਦਾ। ਠੀਕ ਹੈ। ਪੂਰੇ ਜਿਹੜੀ ਆਪਣੇ ਦੇਸ਼ ਦੀ ਫੂਡ ਸਿਕਿਉਰਿਟੀ ਆ, ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕੀਤਾ ਹੈ ਸਾਡੇ ਪੰਜਾਬ ਦਾ ਹੈ। ਠੀਕ ਹੈ। ਸੋ ਐਗਰੀਕਲਚਰ ਵੈਰੀ ਇੰਪੋਰਟੈਂਟ ਸੈਕਟਰ। ਐਂਡ ਬਿਊਟੀਫੁਲ ਥਿੰਗ ਇਜ਼ ਐਗਰੀਕਲਚਰ ਅਗਰ ਡਿਵੈਲਪਡ ਹੋਏਗਾ ਤਾਂ ਉਹ ਇੰਡਸਟਰੀਜ਼ ਨੂੰ ਵੀ ਡਿਵੈਲਪ ਕਰੇਗਾ, ਉਹ ਅੱਗੇ ਸਰਵਿਸ ਸੈਕਟਰ ਨੂੰ ਡਿਵੈਲਪ ਕਰਨਗੀਆਂ। ਸਾਰੀਆਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਜੁੜੀਆਂ ਹੋਈਆਂ ਨੇ ਪ੍ਰੋਪਰਲੀ। ਠੀਕ ਹੈ। ਐਗਰੀਕਲਚਰ 'ਚ ਡਿਵੈਲਪਮੈਂਟ ਹੋਏਗੀ, ਤੁਹਾਨੂੰ ਇੰਡਸਟਰੀਅਲ ਸੈਕਟਰ 'ਚ ਵੀ ਡਿਵੈਲਪਮੈਂਟ ਦਿਖੇਗੀ, ਤੁਹਾਨੂੰ ਸਰਵਿਸ ਸੈਕਟਰ 'ਚ ਵੀ ਡਿਵੈਲਪਮੈਂਟ ਦਿਖੇਗੀ। ਐਂਡ ਤੁਸੀਂ ਇਸ ਗੱਲ ਨਾਲ ਐਗਰੀ ਕਰੋਗੇ। ਜਿਵੇਂ ਕਿ ਮੰਨ ਲਓ ਬਹੁਤ ਐਗਜ਼ਾਮਪਲਸ ਨੇ ਆਪਣੇ ਕੋਲੇ ਕਿ ਬਹੁਤ ਇੱਦਾਂ ਦੀਆਂ ਇੰਡਸਟਰੀਜ਼ ਨੇ ਜਿਹੜਾ ਸਮਾਨ ਯੂਜ਼ ਕਰਦੀਆਂ ਨੇ, ਰॉ ਮਟੀਰੀਅਲ ਯੂਜ਼ ਕਰਦੀਆਂ ਨੇ, ਉਹ ਖੇਤੀਬਾੜੀ 'ਚੋਂ ਆ ਰਿਹਾ, ਉਹ ਐਗਰੀਕਲਚਰ 'ਚੋਂ ਆ ਰਿਹਾ। ਸੇਮ ਐਗਜ਼ਾਮਪਲ ਉਹ ਬ੍ਰੈਡ ਵਾਲੀ। ਠੀਕ ਹੈ। ਬ੍ਰੈਡ ਇੰਡਸਟਰੀਜ਼ ਹੋ ਗਈਆਂ, ਜਾਂ ਜਿੱਥੇ ਵੀਟ ਯੂਜ਼ ਹੋ ਰਹੀ ਆ, ਫੂਡ ਪ੍ਰੋਸੈਸਿੰਗ ਇੰਡਸਟਰੀ ਤੁਸੀਂ ਲਗਾ ਸਕਦੇ ਹੋ। ਠੀਕ ਹੈ। ਉਹਦੇ ਬਿਨਾਂ ਆਪਾਂ ਗੱਲ ਸ਼ੂਗਰ ਕੇਨ ਦੀ ਕਰ ਲਓ, ਮੇਜ਼ ਦੀ ਕਰ ਲਓ, ਇਥਨੋਲ ਬਣ ਰਿਹਾ, ਸ਼ੂਗਰ ਚੀਨੀ ਬਣ ਰਹੀ ਹੈ। ਤਾਂ ਜਿੰਨੀਆਂ ਵੀ ਇੰਡਸਟਰੀਜ਼ ਨੇ, ਮੈਕਸੀਮਮ ਜੋ ਉਹਨਾਂ ਨੂੰ ਸਮਾਨ ਚਾਹੀਦਾ ਕੁਛ ਵੀ ਬਣਾਉਣ ਵਾਸਤੇ, ਉਹ ਕਿੱਥੋਂ ਆ ਰਿਹਾ? ਖੇਤੀਬਾੜੀ ਤੋਂ। ਤਾਂ ਅਗਰ ਐਗਰੀਕਲਚਰ ਚੰਗਾ ਹੋਏਗਾ ਤਾਂ ਇੰਡਸਟਰੀਜ਼ ਵਧਣਗੀਆਂ। ਅਗਰ ਇੰਡਸਟਰੀਜ਼ ਵਧਣਗੀਆਂ ਤਾਂ ਫਿਰ ਸਰਵਿਸਿਜ਼ ਵਧਾਉਣੀਆਂ ਪੈਣਗੀਆਂ, ਟਰਾਂਸਪੋਰਟੇਸ਼ਨ ਵਧੂਗਾ, ਉਹਦੇ ਰਿਲੇਟਡ ਸਰਵਿਸਿਜ਼, ਠੀਕ ਹੈ, ਉਹ ਵਧਣਗੀਆਂ। ਤਾਂ ਨਾਲ ਸਰਵਿਸ ਸੈਕਟਰ ਵੀ ਇੰਪਰੂਵ ਕਰੇਗਾ। ਤਾਂ ਇਹ ਡਾਟਾ ਆਪਾਂ ਨੂੰ ਇਕਨੋਮਿਕ ਸਰਵੇ ਨੇ ਦਿੱਤਾ ਹੈ, ਜੋ ਤੁਸੀਂ ਆਪਣੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ ਕਿ ਅਗਰ 1 ਯੂਨਿਟ ਗਰੋਥ ਤੁਹਾਨੂੰ ਕਿੱਥੇ ਦਿਖਦੀ ਹੈ ਐਗਰੀਕਲਚਰ ਦੇ ਵਿੱਚ, ਤਾਂ 1.4 ਯੂਨਿਟ ਗਰੋਥ ਦਿਖੇਗੀ ਇੰਡਸਟਰੀ ਦੇ ਵਿੱਚ, ਅਤੇ 1.8 ਯੂਨਿਟ ਜਿਹੜੀ ਗਰੋਥ ਹੈ ਉਹ ਸਰਵਿਸ ਸੈਕਟਰ ਦਿਖੇਗੀ ਵਿਦ ਦ ਲੈਗ ਆਫ 1 ਈਅਰ। ਐਂਡ ਇਹ ਡਾਟਾ ਜੋ ਹੈ ਉਹ ਬਹੁਤ ਇੰਪॉर्टेंट है अपने एग्जाम वास्ते। ठीक है। तो प्लीज़ अंडरस्टैंड। सो दिस इज़ द कंक्लूजन दैट एग्रीकल्चर हैज़ मल्टीप्लायर इफेक्ट। ठीक है। बहुत इंपॉर्टेंट पॉइंट है, कीवर्ड है जो आप बहुत वधिया तरीके नाल अपने आंसर्स दे विच यूज़ कर सकते हैं। ठीक है जी। सो होप ये चीज़ अपन समझ आई होएगी। एग्रीकल्चर बारे ही होर पढ़ांगे। एग्रीकल्चर कह देना सैक्टर नूं एक बहुत वड्डी टर्म हो गई। एग्रीकल्चर के अंदर भी तो बहुत किते होणगे, लाइक कुछ सिर्फ फसलों की गल कर सकते हैं, कुछ पशु पालन का काम करते हैं, कुछ फिशिंग
ठीक है, मच्छी पालन का काम करते हैं, ठीक है, कई मुर्गियां पालते हैं अंडिया वास्ते, मीट वास्ते, तो सारा कुछ किस अंडर आ गया, एग्रीकल्चर के अंडर। एक क्वेश्चन होर की बनता है कि ठीक है एग्रीकल्चर इन्ना कॉन्ट्रीब्यूट करता, पर समझ आ गई, बट एग्रीकल्चर के अंडर जो सब सैक्टर ने उन्होंने सब तो वध कॉन्ट्रीब्यूट कौन कर रहा, तो ये तुसीं बस ध्यान च रखियो, वो हैगा अपने कोले क्रॉप्स। ठीक है, अगर मैं ओवरऑल शेयर देखा, जस्ट गिव मी 1 मिनट, हाँ जी, अगर मैं ओवरऑल शेयर देखा तो किहदा वध है, क्रॉप्स का वध है। ये हैगी आ पर सैक्टर डिमांड जी मैं पहला कहा GVA GSVA, हुण तो समझ चुके होंगे। अगर मैं रियल ग्रोथ की गल करा कि पिछले साल नाल कंपेयर करके इस साल ज़्यादा जी तरक्की किस फैक्टर ने या किस सैक्टर ने करी है, वो हैगा थोड़ा फिशिंग, वो हैगा फिशिंग, ये ध्यान च रखियो। GVA की सब तो वध आ, लाइफ स्टॉक की सॉरी क्रॉप्स की, तो वैसे ओवरऑल ग्रोथ कौन वध शो कर रहा, फिशिंग, ये भी ध्यान च रखना है। एग्रीकल्चर बारे होर भी अपने को इन्फॉर्मेशन है, वो ही दस रहे हैं कि किद्दां कॉन्ट्रीब्यूट कर रहे हैं आप इन फूड सिक्योरिटी ऑफ इंडिया। वो गल करते हैं कि पंजाब दे विच एक वधिया खेतीबाड़ी होने का एक जिहड़ा कारण है वो हैगा मैकेनाइज्ड कल्टीवेशन, मशीन्स का होना, ट्रैक्टर्स का होना, चंगे चंगे थ्रैशर्स, सब कुछ जो आप यूज़ करते हैं थैंक्स टू ग्रीन रेवोल्यूशन। ठीक है, अच्छे बीज ने, अच्छी तरक्की हुई है, अच्छा लैंड है इतने लोगों को, आई एम टॉकिंग अबाउट जनरली, ठीक है, जनरल केस दे विच। सो इट इज़ वन ऑफ द पॉइंट। अगर मैं कॉन्ट्रीब्यूशन की गल करा दोबारा, मेजर जो फसलों ने पंजाब उगण वालियां किहड़ियां ने, अपन सब नूं पता, झोना ते कणक। अगर मैं झोने की गल करा तो जिन्ना भी राइस उगाया जाता है पूरे इंडिया दे विच, ठीक है, जिन्ना एरिया मतलब कल्टीवेबल एरिया जिथे राइस उगाया जाता है, ਉਹਦੇ ਵਿੱਚੋਂ इंडिया कितना कल्टीवेट करता है, किन्ने जगह ते खेती करता, 6.48%। ठीक है, ओवरऑल जिन्नी भी उगाई जाती है राइस अपने देश दे विच, जितना लैंड है विच इज़ अवेलेबल फॉर द राइस कल्टीवेशन, वो जो पंजाब कोले कितना है 6.48%। अगर मैं कणक की गल करा वो कितना है 11.26%। अंदाजा याद रखांगे 6% के करीब है, 11% के करीब है। ठीक है, तो अगर मैं प्रोडक्शन की गल करा, जिन्ने भी अपने देश दे विच राइस उगदा है, ठीक है, जिन्नी भी प्रोडक्शन होंदी है ਉਹਦੇ ਵਿੱਚ पंजाब कितना कॉन्ट्रीब्यूट करता है 9.57%। ठीक है, 9.5% जिन्ना भी राइस प्रोड्यूस हो रहा है इंडिया दे विच ਉਹ पंजाब कोलों जाता है। अगर मैं कणक की गल करा ਇਹਦੀ कितनी परसेंटेज है, नियर अबाउट 15%। 15% के करीब जी प्रोडक्शन है वीट की अपने देश होने वाली, वो पंजाब तो आ रही है। ये बहुत इंपॉर्टेंट डाटा है, अगेन इंपॉर्टेंट फॉर प्रीलिम्स एज वेल एज मेन्स, ये ध्यान च रखना है। अगे एक चार्ट दिता होया सी, ਉਹਦੇ ਵਿੱਚ सिर्फ ये कहने की कोशिश कर रहे हैं कि अगर आप एरिया अंडर कल्टीवेशन देखिए कि लैंड उन्ना ही है जिते खेती हो रही है, चाहे वीट की गल कर लो चाहे राइस की गल कर लो, बट कितना ना कितने जी प्रोडक्शन हाँ वो तुहानूं थोड़ा जिहा वधेवा भी दिखेगा, बाकी फ्लक्चुएशनस भी ने। सो इन्ना इंपॉर्टेंट नहीं है याद करना, बिकॉज एक प्रॉपर ट्रेंड नहीं दिख रही, कभी वध रही है प्रोडक्शन, कभी घट रही है, बट येस एरिया ऑफ कल्टीवेशन उन्ना ही है, वो कंपेरेटिवली जी प्रोडक्शन वो वधी है, विच इज़ अ गुड थिंग। चलो ये आइडिया अपन होना चाहिए। हुण ਉਹਦੇ अंडर एक होर जिहड़ा अपने कोले सैक्टर है, सब सैक्टर है, वो की है लाइफ स्टॉक, पशु पालन। अगर पशु पालन किते की गल करिए, ਇਹਦੇ ਵਿੱਚ भी ग्रोथ देखने को मिली है 3.9% के अराउंड, विच इज़ अ गुड थिंग। तो कितना किते जिहड़ा कॉन्ट्रीब्यूशन है हर साल वो वधदा भी जा रहा है, जो अगेन एक चंगी खबर है। पर ਇਹਦੇ ਵਿੱਚ ਸਾਨੂੰ एक नॉर्मल ट्रेंड देखने को नहीं मिलूगा कि बई वध रही जा रही है, वध रही जा रही है। एक डाटा प्रोवाइड कराया गया है कि 2023-24 इस फाइनैंशियल ईयर ਦੇ ਵਿੱਚ ਆਪਾਂ ਨੂੰ ਨੈਗੇਟਿਵ ग्रोथ देखने को मिली है, बहुत ज़्यादा नुकसान होया है। ਹੁਣ ਇਹਦਾ ਕੀ ਕਾਰਨ ਹੋ ਸਕਦਾ है, किते ना किते कोई चीज़ कारण कोई रिस्पॉन्सिबल होएगा ना जिहदे करके पशु पालन या उन्होंने जी ओवरऑल प्रोडक्शन है वो घटी है। सो आंसर है कि बई कुछ बीमारियां का शिकार होए ने पशु, जिमें कि लंपी स्किन डिजीज़ सुनिया होगा, लंप्स बनते हैं पूरे शरीर पर, एंड फुट एंड माउथ डिजीज़ है। ठीक है, जी ज़्यादातर जोड़े गावां ने मझां ने उन्होंने ये पाई जाती है, जिहदे करके जी मिल्क की प्रोडक्शन है वो बहुत घटी है, तो करके थोड़ा नुकसान जरूर होया। सो मिल्क प्रोडक्शन, एग प्रोडक्शन फेल बाय 24%, नियर अबाउट 24.8%। सो मिल्क प्रोडक्शन घटी है, अपन समझ आ रहा जी एग प्रोडक्शन घटी है, उसका एक कारण जो दिता गया है इकोनॉमी सर्वे वालों वो ये है कि जो मुर्गी पालते हैं, लाइक मुर्गी पालन का जिन्हों का काम ने, वो दो तरीके के फार्म्स होंगे। ठीक है, एक नूं बोलते हैं लेयर फार्म्स, एक नूं बोलते हैं ब्रॉयलर फार्म। ठीक है, इत्थे लिखा होया लेयर फार्म्स होंगे, एक ब्रॉयलर फार्म होंगे। लेयर फार्म्स किहड़े होंगे आ, जिहड़े पशु पालन तां करदे आ, मुर्गी पालन तां करदे आ अंडियां वास्ते।
ਤੇ ਜਿਹੜੇ ਬ੍ਰੋਇਲਰ ਹੁੰਦੇ ਆ ਉਹ ਕਰਦੇ ਨੇ ਪਸ਼ੂ ਪਾਲਣ, ਮਤਲਬ ਮੁਰਗੀਆਂ ਨੂੰ ਪਾਲਦੇ ਨੇ, ਚਿਕਨ ਨੂੰ ਪਾਲਦੇ ਨੇ ਮੀਟ ਵਾਸਤੇ, ਠੀਕ ਹੈ। ਸੋ ਉਹਨਾਂ ਨੇ ਕਿਹਾ ਕਿ ਬਈ ਜਿਹੜੇ ਲੇਅਰ ਫਾਰਮਸ ਨੇ, ਜਦੋਂ ਆਪਾਂ ਐਗ ਪ੍ਰੋਡਕਸ਼ਨ ਵਾਸਤੇ ਜਿਹੜੇ ਰੱਖੇ ਸੀਗੇ ਕੀਤੇ, ਉਹ ਘਟ ਰਹੇ ਨੇ ਤੇ ਮੀਟ ਪ੍ਰੋਡਕਸ਼ਨ ਲਈ ਵੱਧ ਰਹੇ ਨੇ। ਇਹ ਵੀ ਕਾਰਨ ਹੈ ਕਿ ਜ਼ਿਆਦਾਤਰ ਜਿਹੜੇ ਮੁਰਗੀ ਪਾਲ ਰਹੇ ਨੇ ਉਹ ਮੀਟ ਦੇ ਪਰਪਸ ਵਾਸਤੇ ਪਾਲ ਰਹੇ ਨੇ, ਤਾਂ ਓਬਵੀਅਸ ਦੀ ਗੱਲ ਹੈ ਕਿ ਐਗ ਦੀ ਜਿਹੜੀ ਪ੍ਰੋਡਕਸ਼ਨ ਉਹ ਕੀ ਹੋਏਗੀ, ਘਟੇਗੀ, ਠੀਕ ਹੈ। ਸੋ ਲਿਖਿਆ, ਸੋ ਦੇयर ਵਿਲ ਡਿਕਰੀਜ਼ ਇਨ ਕਮਰਸ਼ੀਅਲ ਐਗ ਪ੍ਰੋਡਕਸ਼ਨ ਬਾਈ 25.29%, ਇੰਨਾ ਘਟਿਆ, ਐਂਡ ਓਵਰਆਲ ਡਿਕਲਾਈਨ ਹੋਇਆ ਬਾਈ 24.8%, ਜੋ ਆਪਾਂ ਗੱਲ ਕਰਕੇ ਆਏ ਹਾਂ, ਠੀਕ ਹੈ। ਸੋ ਕਾਰਨ ਹੋਰ ਵੀ ਬਹੁਤ ਨੇ, but this is what is explained by economic survey, so this is important for us. Hope this is clear to everyone, ठीक है जी। चलो फिर अगे चलते हैं। ਹੁਣ ਪੰਜਾਬ ਦਾ ਜਿਹੜਾ ਐਗਰੀਕਲਚਰ ਸੈਕਟਰ ਆ ਉਹਦੇ ਬਾਰੇ ਥੋੜ੍ਹਾ ਜਿਹਾ ਵੇਰਵਾ ਉਹਨਾਂ ਨੇ ਦੇ ਦਿੱਤਾ ਹੈ, ਬਾਕੀ ਇਹਦੇ 'ਤੇ ਇੱਕ ਅਲੱਗ ਚੈਪਟਰ ਆਏਗਾ। ਹੁਣ ਆਪਾਂ ਗੱਲ ਕਰਨ ਵਾਲੇ ਹਾਂ ਇੰਡਸਟਰੀਅਲ ਸੈਕਟਰ ਦੀ। ਉਹਦੇ ਤੋਂ ਪਹਿਲਾਂ ਥੋੜ੍ਹੀ ਜਿਹੀ ਟਰਮਸ ਨੇ ਆਪਾਂ ਸਮਝ ਲੈਂਦੇ ਹਾਂ, ਜਿਵੇਂ ਕਿ ਇਨਵੈਸਟਮੈਂਟ, ਠੀਕ ਹੈ। ਸਭ ਇਸ ਗੱਲ ਨੂੰ ਜਾਣਦੇ ਹੋਣਗੇ, ਇਨਵੈਸਟਮੈਂਟ ਸਿੰਪਲ, ਜਦੋਂ ਕਿਸੇ ਵੀ ਕਿੱਤੇ ਦੇ ਵਿੱਚ ਪੈਸਾ ਬਾਹਰੋਂ ਆਵੇ, ਚਾਹੇ ਸਟੇਟ ਦੇ ਲੋਕਾਂ ਵੱਲੋਂ ਜਾਂ ਇੰਡੀਆ ਦੇ ਲੋਕਾਂ ਵੱਲੋਂ ਜਾਂ ਕਿਸੇ ਬਾਹਰਲੇ ਲੋਕਾਂ ਵੱਲੋਂ, ਜਦੋਂ ਪੈਸਾ ਆਉਂਦਾ ਉਹਨਾਂ ਆਪਾਂ ਕੀ ਬੋਲ ਦਿੰਦੇ ਹਾਂ, ਇਨਵੈਸਟਮੈਂਟ ਹੈ। ਐਂਡ ਤੁਸੀਂ ਇਸ ਗੱਲ ਨੂੰ ਜ਼ਰੂਰ ਮੰਨੋਗੇ ਕਿ ਇਨਵੈਸਟਮੈਂਟ ਕਿਸੇ ਵੀ ਇਕੋਨਮੀ ਦੀ ਗਰੋਥ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੋ ਤਰੀਕੇ ਨਾਲ ਇਨਵੈਸਟਮੈਂਟ ਦੇ ਬਾਰੇ ਗੱਲ ਕਰ ਸਕਦੇ ਹਾਂ ਕਿ ਇੱਕ ਤਾਂ ਹੈ ਕਿ ਬਈ ਡਿਮਾਂਡ ਬਹੁਤ ਹੈ ਕਿਸੇ ਚੀਜ਼ ਦੀ, ਕੋਈ ਸੈਕਟਰ ਹੈ ਉਹਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈ, ਲੋਕ ਪਰਟੀਕੂਲਰ ਪ੍ਰੋਡਕਟ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ, ਤਾਂ ਬਿਲਕੁਲ ਤੁਹਾਨੂੰ ਪ੍ਰੋਡਕਸ਼ਨ ਵਧਾਉਣੀ ਪਏਗੀ। ਜਦੋਂ ਪ੍ਰੋਡਕਸ਼ਨ ਵਧਾਉਣੀ ਪਏਗੀ ਤਾਂ ਤੁਹਾਨੂੰ ਇਨਫਰਾਸਟਰਕਚਰ ਚਾਹੀਦਾ ਹੈ, ਇਨਫਰਾਸਟਰਕਚਰ ਚਾਹੀਦਾ ਹੈ ਤਾਂ ਤੁਹਾਨੂੰ ਪੈਸਾ ਚਾਹੀਦਾ ਹੈ। ਜਦੋਂ ਪੈਸਾ ਚਾਹੀਦਾ ਹੈ, ਪਤਾ ਹੈ ਕਿ ਇਹ ਚੀਜ਼ ਡਿਮਾਂਡ ਵਿੱਚ ਹੈ, ਲੋਕ ਇਹਨੂੰ ਖਰੀਦਣਗੇ, ਤਾਂ ਸਭ ਲੋਕ ਉਹਦੇ ਵਿੱਚ ਆਪਣਾ ਪੈਸਾ ਲਗਾਉਣ ਦੀ ਕੋਸ਼ਿਸ਼ ਕਰਨਗੇ, ਇਨਵੈਸਟਮੈਂਟਸ ਵੱਧਦੀਆਂ ਨੇ। ਤਾਂ ਅਗਰ ਡਿਮਾਂਡ ਵਧੇਗੀ ਤਾਂ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੈਕਟਰ ਨੇ ਬਹੁਤ ਡਿਵੈਲਪ ਕਰਨਾ, ਤਾਂ ਲੋਕ ਵੀ, ਕੰਪਨੀਆਂ ਵੀ ਇੰਟਰਸਟ ਲੈਂਦੀਆਂ ਨੇ ਅਤੇ ਉੱਥੇ ਪੈਸਾ ਲਗਾਉਂਦੀਆਂ ਨੇ, ਜਦੋਂ ਆਪਾਂ ਇਨਵੈਸਟਮੈਂਟ ਬੋਲ ਦਿੰਦੇ ਹਾਂ। ਅਗਰ ਬਾਹਰੋਂ ਆਉਂਦੀਆਂ ਨੇ ਤਾਂ ਆਪਾਂ ਉਹਨੂੰ ਕੀ ਬੋਲ ਦਿੰਦੇ ਹਾਂ, FDI, ਫੋਰਨ ਡਾਇਰੈਕਟ ਇਨਵੈਸਟਮੈਂਟ, ਠੀਕ ਹੈ ਜੀ। ਅਗਰ ਪਰਸਨਲ ਲੈਵਲ 'ਤੇ ਗੱਲ ਕਰੀਏ, ਅਗਰ ਮੇਰੇ ਕੋਲ ਪੈਸਾ ਹੈ ਤਾਂ ਮੇਰੇ ਦਿਮਾਗ ਦੇ ਵਿੱਚ ਦੋ ਚੀਜ਼ਾਂ ਆਉਣਗੀਆਂ, ਆਈਦਰ ਟੂ ਸੇਵ ਔਰ ਟੂ ਇਨਵੈਸਟ। ਅਗਰ ਮੈਨੂੰ ਪਤਾ ਹੈ ਕਿ ਪਰਟੀਕੂਲਰ ਸੈਕਟਰ ਬਹੁਤ ਜ਼ਿਆਦਾ ਫਲਰਿਸ਼ ਕਰ ਰਿਹਾ ਹੈ, ਮੈਂ ਵਿੱਚ ਪੈਸਾ ਲਗਾ ਸਕਦੀ ਹਾਂ, ਮੇਰਾ ਪੈਸਾ ਵਧੇਗਾ, ਤਾਂ ਮੈਂ ਕਿਸ ਸਾਈਡ ਵੱਲ ਜਾਊਂਗੀ, ਇਨਵੈਸਟਮੈਂਟ ਵੱਲ, ਠੀਕ ਹੈ। ਸੋ ਓਵਰਆਲ ਮੇਰੇ ਕਹਿਣ ਦਾ ਮਤਲਬ ਕੀ ਹੈ, ਕਿਸੇ ਵੀ ਸੈਕਟਰ ਦੀ ਗਰੋਥ ਵਾਸਤੇ ਜਿਹੜਾ ਪੈਸਾ ਹੈ, ਇਨਵੈਸਟਮੈਂਟ ਹੈ, ਬਹੁਤ ਜ਼ਿਆਦਾ ਹੈ, ਬਹੁਤ ਜ਼ਰੂਰੀ ਹੈ। ਕਿਉਂ? ਅਗਰ ਇਨਵੈਸਟਮੈਂਟ ਆਏਗੀ ਤभी ਜਿਹੜਾ ਇਨਫਰਾਸਟਰਕਚਰ ਆ ਬਣੇਗਾ, ਜਿਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਗਰੋਸ ਕੈਪੀਟਲ ਫਾਰਮੇਸ਼ਨ ਵੀ ਬੋਲਦੇ ਜਾਂਦਾ। ਜਦੋਂ ਸਰਕਾਰ ਬਿਲਡਿੰਗਾਂ, ਹਾਈਵੇ, ਇਨਫਰਾਸਟਰਕਚਰ ਬਣਾਉਣ 'ਤੇ ਪੈਸਾ ਲਾਉਂਦੀ ਹੈ, ਉਹਨੂੰ ਕੀ ਬੋਲਦੇ ਹਾਂ, ਗਰੋਸ ਕੈਪੀਟਲ ਫਾਰਮੇਸ਼ਨ, GCF, ਇਹ ਵੀ ਯਾਦ ਰੱਖਣਾ, ਗਰੋਸ ਕੈਪੀਟਲ ਫਾਰਮੇਸ਼ਨ। ਅੱਛਾ ਜੀ, ਚਲੋ। ਸੋ ਉਹਨਾਂ ਨੇ ਵੀ ਸੇਮ ਗੱਲ ਕਹੀ ਹੈ ਕਿ ਬਈ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਇਕੋਨਮਿਕ ਗਰੋਥ ਦਾ ਡਰਾਈਵਰ ਆ ਕਿਸੇ ਵੀ ਸਟੇਟ ਦੀ। ਅਗਰ ਤੁਸੀਂ ਇਕੋਨਮਿਕ ਲੈਵਲ 'ਤੇ ਉਹਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਚੰਗਾ ਪੈਸਾ ਜਨਰੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਨਵੈਸਟਮੈਂਟ ਚਾਹੀਦੀ ਹੈ, ਬਿਲਕੁਲ ਚਾਹੀਦੀ ਹੈ। ਇਕੋਨਮੀ 'ਚ ਆਉਂਦੀ ਕਦੋਂ ਹੈ ਇਨਵੈਸਟਮੈਂਟ? ਜਦੋਂ ਡਿਮਾਂਡ ਹੋਵੇ, ਜੋ ਮੈਂ ਹੁਣੇ ਐਕਸਪਲੇਨ ਕਰਕੇ ਹਟੀ ਹਾਂ। ਅਤੇ ਸੈਕਟਰਸ ਜਿਵੇਂ ਮਸ਼ੀਨਰੀ, ਕੈਪੀਟਲ ਗੁਡਸ, ਹੈ ਨਾ, ਆਪਾਂ ਇਨਫਰਾਸਟਰਕਚਰ ਦੀ ਗੱਲ ਕਰੀ ਤਾਂ ਉੱਥੇ ਇਹ ਚੀਜ਼ਾਂ ਇੰਪੋਰਟੈਂਟ ਨੇ, ਠੀਕ ਹੈ। ਐਂਡ ਉਹਨਾਂ ਨੇ ਇੱਕ ਬਹੁਤ ਬਿਊਟੀਫੁਲ ਐਕਸਪਲੇਨ ਕੀਤਾ ਕਿ ਬਈ ਅਗਰ ਇਨਵੈਸਟਮੈਂਟ ਵਧੇਗੀ ਤਾਂ ਸ਼ਾਰਟ ਟਰਮ ਦੇ ਵਿੱਚ ਕੀ ਫਾਇਦਾ ਹੋਏਗਾ, ਕਿਸੇ ਦੇਸ਼ ਦੀ GDP ਵਧੇਗੀ, ਉਹਦੀ ਇਕੋਨਮੀ ਗਰੋਥ ਵਧੇਗੀ। ਅਗਰ ਆਪਾਂ ਲੌਂਗ ਟਰਮ ਦੀ ਗੱਲ ਕਰੀਏ ਤਾਂ ਲੌਂਗ ਟਰਮ ਦੇ ਵਿੱਚ ਕਪੈਸਿਟੀ, ਪ੍ਰੋਡਕਸ਼ਨ ਕਪੈਸਿਟੀ ਵਧੇਗੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਲੈ ਕੇ ਐਕਸਪਲੇਨ ਕੀਤਾ, ਠੀਕ ਹੈ। ਇਕੋਨਮੀ ਗਰੋਥ ਤਾਂ ਵਧਣੀ ਹੈ, ਬਟ FDI ਆਈ ਹੈ ਜਾਂ ਇਨਵੈਸਟਮੈਂਟ ਆਈ ਹੈ, ਠੀਕ ਹੈ। ਇਨਵੈਸਟਮੈਂਟ ਆਈ ਹੈ ਤਾਂ ਇਨਫਰਾਸਟਰਕਚਰ ਬਣੇਗਾ। ਫਾਰਮ ਪਹਿਲਾਂ ਛੋਟੇ ਸੀ, ਵੱਡੇ ਹੋਣਗੇ, ਪਹਿਲਾਂ ਉਹ ਘੱਟ ਪ੍ਰੋਡਿਊਸ ਕਰ ਪਾਉਂਦੇ ਸੀ, ਹੁਣ ਵੱਧ ਪ੍ਰੋਡਿਊਸ ਕਰਨਗੇ, ਤਾਂ ਪ੍ਰੋਡਕਸ਼ਨ ਕਪੈਸਿਟੀ ਵਧੇਗੀ ਅਤੇ ਓਵਰਆਲ ਇੱਕ ਸਾਈਕਲ ਚੱਲ ਪਏਗਾ ਟੂਵਰਡਸ ਦੀ ਇਕੋਨਮਿਕ ਗਰੋਥ, ਠੀਕ ਹੈ ਜੀ। ਹੋਪ ਦਿਸ ਇਜ਼ ਕਲੀਅਰ ਟੂ ਐਵਰੀਵਨ। ਅਤੇ ਹੋਰ ਉਹਨਾਂ ਨੇ ਹੁਣ ਗੱਲ ਕੀ ਕੀਤੀ ਹੈ, ਹੁਣ ਆਪਾਂ 3 ਸੈਕਟਰਸ ਬਾਰੇ ਪੜ੍ਹ ਕੇ ਆਏ ਹਾਂ, ਐਗਰੀਕਲਚਰ ਹੈ, ਇੰਡਸਟਰੀ ਹੈ ਅਤੇ ਤੁਹਾਡੇ ਕੋਲ ਸਰਵਿਸ ਸੈਕਟਰ ਹੈ। ਤਿੰਨਾਂ ਦੇ ਵਿੱਚੋਂ ਕੁਐਸਚਨ ਬਣ ਸਕਦਾ ਕਿ ਸਭ ਤੋਂ ਵੱਧ ਇਨਵੈਸਟਮੈਂਟ ਕਿਸ ਸੈਕਟਰ 'ਚ ਆ ਰਹੀ ਹੈ ਪੰਜਾਬ ਦੇ ਵਿੱਚ? ਆਨਸਰ ਕੀ ਹੋਏਗਾ? ਇੰਡਸਟਰੀਅਲ ਸੈਕਟਰ। ਜੋ ਪਹਿਲਾਂ ਤੁਹਾਡੇ ਕੋਲ ਐਗਰੀਕਲਚਰ ਸੀ, ਫਿਰ ਇੰਡਸਟਰੀ ਸੀ, ਫਿਰ ਸਰਵਿਸ ਸੀ। ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕਿੱਥੇ ਆ ਰਹੀ ਹੈ? ਇੰਡਸਟਰੀਅਲ ਸੈਕਟਰ ਦੇ ਵਿੱਚ ਆ ਰਹੀ ਹੈ, ਜੋ ਗੁੱਡ ਪੁਆਇੰਟ ਹੈ ਇੰਡੀਆ ਦੇ ਕੇਸ, ਪੰਜਾਬ ਦੇ ਕੇਸ ਦੇ ਵਿੱਚ, ਠੀਕ ਹੈ। ਇੰਡੀਆ ਦੇ ਲੈਵਲ ਥੋੜ੍ਹਾ ਆਪਾਂ ਬੋਲਦੇ ਹਾਂ ਕਿ ਵੀ ਮੈਨੂਫੈਕਚਰਿੰਗ 'ਤੇ ਥੋੜ੍ਹਾ ਘੱਟ ਕੰਮ ਹੋ ਰਿਹਾ, ਪੰਜਾਬ ਦੇ ਲਈ ਅੱਛੀ ਗੱਲ ਆ। ਸੋ GCF to GSVA ਜੋ ਰੇਸ਼ੋ ਹੈ, ਇਹ ਰੇਸ਼ੋ ਦੀ ਵੈਲਿਊਜ਼ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਬਟ ਜਿਵੇਂ ਮੈਂ GCF ਦੱਸਿਆ ਕਿ ਮਤਲਬ ਜਿੰਨੀ ਵੀ ਕਮਾਈ ਹੋ ਰਹੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ, ਸਿੰਪਲ ਐਗਜ਼ਾਮਪਲ ਲੈਂਦੇ ਹਾਂ, ਮੇਰੀ ਕਮਾਈ ਹੋਈ, ਅਗਰ ਤਾਂ ਮੈਂ ਉਹਨੂੰ ਕੁਛ ਜ਼ਮੀਨ ਖਰੀਦ ਰਹੀ ਹਾਂ,
ठीक है, कोई एसेट खरीद रही हाँ, मतलब ਉਹਦਾ मतलब ਕੀ ਹੈ कि मैं कुछ ਵਧੀਆ चीज़ बना ली। आप घरे कहने ना कि सोना खरीद लो या तुसी जगह खरीद लो, वो चीज़ अच्छी होगी। मेरे को पैसा आया तो मैं उड़ा देता, ठीक है, वो लाइक इकोनॉमिक ग्रोथ तो ठीक है, बट मैं कुछ एसेट क्रिएट नहीं कर पाई। जिन्नी मेरी कमाई है लाइक ਉਹਦੇ ਵਿੱਚੋਂ जिन्ना मैं कुछ वधिया बना गई, दैट इज़ GCF टू GSVA रेशो। मतलब एक एग्जाम्पल है जिन्हें तुम थोड़ा जहा कंपेयर कर सकते हो। सेम गोज़ विद द स्टेट जिन्ना कमा रही है, अगर उन्होंने सोशल वैलफेयर या स्कीमां तो लगाना ही लगाना है। अगर कुछ नवा इंफ्रास्ट्रक्चर खड़ा कर रही है उन्होंने की बोलते हैं GCF। ये गल ध्यान रखनी है। सो ये वधिया रेशो है इंडस्ट्रीयल सैक्टर के, मतलब हाईएस्ट इन्वेस्टमेंट कितने आ रही है इंडस्ट्री के। ਹੁਣ ਇੱਥੇ ਤੁਹਾਡੇ ਮਾਈਂਡ 'ਚ ਆ ਸਕਦਾ ਕਿ ਸਰਵਿਸ ਸੈਕਟਰ ਤਾਂ ਉਹ ਸੈਕਟਰ ਹੈ ਜਿੱਥੇ ਤੁਸੀਂ AI ਦੀ ਗੱਲ ਕਰਦੇ ਹੋ, IoT ਦੀ ਗੱਲ ਕਰਦੇ ਹੋ, ਤਾਂ ਸਭ ਤੋਂ ਜ਼ਿਆਦਾ ਜਿਹੜੀ ਇਨਵੈਸਟਮੈਂਟ ਹੈ ਉਹ ਕਿੱਥੇ ਆ ਰਹੀ ਹੈ ਓਵਰਆਲ ਪੂਰੇ ਲੱਗ ਰਿਹਾ ਵਰਲਡ ਦੀ ਗੱਲ ਕਰਾਂ, ਇੰਡੀਆ ਦੀ ਗੱਲ ਕਰਾਂ, ਸਰਵਿਸ ਸੈਕਟਰ ਵਿੱਚ ਆ ਰਹੀ ਹੈ। ਬਟ ਆਪਣੇ ਇੱਥੇ ਕਿਉਂ ਨਹੀਂ ਆ ਰਿਹਾ? ਦੇਖੋ ਦੋ ਤਰੀਕੇ ਨੇ। ਜੋ ਨੋਰਮਲ ਆਨਸਰ ਕੀ ਹੈ ਕਿ ਵੈਸੇ ਵੀ ਜਿਹੜਾ ਸਰਵਿਸ ਸੈਕਟਰ ਹੈ ਨਾ ਉਹ ਬਹੁਤ ਜ਼ਿਆਦਾ ਫਿਜ਼ੀਕਲ ਇਨਫਰਾਸਟਰਕਚਰ ਦੀ ਰਿਕੁਆਇਰਮੈਂਟ ਉਹਨੂੰ ਹੈ ਹੀ ਨਹੀਂ। ਆਪਾਂ ਜੋ ਚੀਜ਼ਾਂ ਨੇ ਉਹਨੂੰ ਕੰਜਸਟ ਕਰਦੇ ਜਾ ਰਹੇ ਹਾਂ ਬਿਲਕੁਲ ਹੀ। ਲਾਈਕ ਵੱਡੇ ਬਿਲਡਿੰਗਸ, ਵੱਡੇ ਇਨਫਰਾਸਟਰਕਚਰ ਨਹੀਂ ਚਾਹੀਦੇ। ਇਫ ਯੂ ਜਸਟ ਲਾਈਕ ਜ਼ੋਮੈਟੋ ਦੀ ਗੱਲ ਕਰ ਲਓ ਕਿ ਜ਼ੋਮੈਟੋ ਲਾਈਕ ਕੋਈ ਬਹੁਤ ਵੱਡਾ ਇਨਫਰਾਸਟਰਕਚਰ ਸ਼ੁਰੂ ਕਰਕੇ ਉਹਨਾਂ ਨੇ ਕੰਮ ਸ਼ੁਰੂ ਕਰਿਆ ਸੀ। ਦੇ ਜਸਟ ਬਿਲਡ ਐਨ ਐਪ ਲਾਈਕ ਔਨ ਫੋਨਸ। ਦਿਸ ਇਜ਼ ਵਾਟ ਇਜ਼ ਰਿਕੁਆਇਰਮੈਂਟ ਆਫ ਸਰਵਿਸ ਸੈਕਟਰ। ਬਟ ਯੈਸ ਸਟਿਲ ਦੇ ਡੂ, ਚਾਹੀਦਾ ਹੀ ਹੈ ਅਗਰ ਓਵਰਆਲ ਉਹ ਪ੍ਰੋਪਰਲੀ ਫਰੇਮਵਰਕਡ ਹੋਵੇ। ਬਟ ਇਹ ਨੋਰਮਲ ਜਿਹਾ ਕਾਰਨ ਹੈ। ਬਟ ਜੋ ਇਕੋਨੋਮਿਕ ਸਰਵੇ ਨੇ ਦੱਸਿਆ ਉਹ ਕੀ ਹੈ, ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਰਵਿਸ ਸੈਕਟਰ ਹੈ ਨਾ ਉਹ ਥੋੜ੍ਹਾ ਇਨਫੋਰਮਲ ਆ ਹਾਲੇ, ਪ੍ਰੋਪਰਲੀ ਫਾਰਮਲ ਸਟਰਕਚਰ ਵਿੱਚ ਨਹੀਂ ਆਇਆ। ਬਹੁਤ ਵੱਡੀਆਂ ਯੂਨਿਟਸ ਨਹੀਂ ਹੈਗੀਆਂ। ਸਰਵਿਸ ਸੈਕਟਰ ਕੰਮ ਕਰ ਰਹੇ, ਬਹੁਤ ਫਰੈਗਮੈਂਟਡ ਜਿਹਾ ਆ ਹਾਲੇ। ਉਹਨਾਂ ਆਪਾਂ ਇਕੱਠਾ ਨਹੀਂ ਕਰ ਪਾਏ ਅਤੇ ਬਹੁਤ ਬੜੇ ਲੈਵਲ 'ਤੇ ਨਹੀਂ ਲੈ ਕੇ ਜਾ ਪਾਏ ਕਿ ਬਾਹਰੋਂ ਪੈਸਾ ਆਵੇ ਅਤੇ ਲੋਕ ਉਹਦੇ 'ਚ ਇੰਟਰਸਟਡ ਹੋਣ। ਸੋ ਦਿਸ ਇਜ਼ ਦ ਰੀਜ਼ਨ ਗਿਵਨ ਬਾਏ ਦੀ ਇਕੋਨੋਮਿਕ ਸਰਵੇ। ਆਪਣੇ ਲਈ ਇੰਪੋਰਟੈਂਟ ਕੀ ਹੈ ਯਾਦ ਰੱਖਣਾ ਕਿ ਇਨਵੈਸਟਮੈਂਟ ਬਹੁਤ ਇੰਪੋਰਟੈਂਟ ਹੈ, ਵੀ ਅੰਡਰਸਟੈਂਡ। ਬਟ ਸਭ ਤੋਂ ਜ਼ਿਆਦਾ ਕਿਹੜਾ ਸੈਕਟਰ ਹੈ ਜਿਹਦੇ ਵਿੱਚ ਬਾਹਰੋਂ ਪੈਸਾ ਆ ਰਿਹਾ ਹੈ, ਉਹ ਕਿਹੜਾ ਹੈ? ਇੰਡਸਟਰੀਅਲ ਸੈਕਟਰ। ਠੀਕ ਹੈ, ਇਹ ਗੱਲ ਧਿਆਨ 'ਚ ਰੱਖਿਓ। ਚਲੋ ਅੱਗੇ ਚੱਲਦੇ ਹਾਂ। ਫਿਰ ਇੰਡਸਟਰੀਅਲ ਸੈਕਟਰ ਦੀ ਗੱਲ ਕਰੀਏ, ਠੀਕ ਹੈ, ਆਪਾਂ ਐਗਰੀਕਲਚਰ ਗੱਲ ਕਰ ਲਈ, ਹੁਣ ਇੰਡਸਟਰੀਜ਼ ਦੇ ਬਾਰੇ ਗੱਲ ਕਰਦੇ ਹਾਂ। 28% ਕੰਟਰੀਬਿਊਸ਼ਨ ਹੈ, ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਹੁਣ ਜਿਵੇਂ ਤੁਸੀਂ ਐਗਰੀਕਲਚਰ 'ਚ ਗੱਲ ਕਰੀ ਸੀ ਕਿ ਵੀ ਐਗਰੀਕਲਚਰ ਦੇ ਅੰਦਰ ਵੀ ਤੁਹਾਨੂੰ ਸਬ ਸੈਕਟਰਸ ਮਿਲਦੇ ਨੇ, ਐਵੇਂ ਸੇਮ ਕਿਹੜੇ ਨਾਲ ਹੋਊਗਾ? ਇੰਡਸਟਰੀਜ਼ ਨਾਲ। ਇੰਡਸਟਰੀ ਦੇ ਅੰਦਰ ਕਿਹੜੇ ਸੈਕਟਰਸ ਹੋਣਗੇ? ਮੈਨੂਫੈਕਚਰਿੰਗ ਹੋਏਗਾ, ਕੰਸਟਰਕਸ਼ਨ ਹੋਏਗਾ, ਇਲੈਕਟ੍ਰਿਸਿਟੀ ਹੋਏਗਾ। ਠੀਕ ਹੈ, ਸੋ ਇਹਨਾਂ ਦੇ ਵਿੱਚ ਅਗਰ ਮੈਂ ਦੇਖਾਂਗੇ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੌਣ ਕਰਦਾ, ਉਹ ਆਪਣੇ ਕੋਲ ਕਿਹੜਾ ਹੈ? ਮੈਨੂਫੈਕਚਰਿੰਗ ਸੈਕਟਰ। ਬਸ ਇੰਨਾ ਧਿਆਨ 'ਚ ਰੱਖਿਓ। ठीक है, इंडस्ट्रीज के अंडर सब तो ज़्यादा कॉन्ट्रीब्यूशन की है मैन्युफैक्चरिंग सैक्टर की है। एंड वो बिना स्पैसीफिकली मैंशन कराया गया है कि पंजाब जो इंडस्ट्रीज ने या ओवरऑल जो पंजाब की पॉलिसी है वो ये है दैट वी वांट टू गो फ्रॉम फॉसिल फ्यूल्स टू रिन्यूएबल सोर्सेस, राइट। सो क्लीन एनवायरनमेंट, क्लाइमेट चेंज जो इंपैक्ट है उन्होंने घटाने वास्ते आप EVs से मूव कर रहे हैं। ठीक है, सो वी वांट टू हैव एनर्जी फ्रॉम रिन्यूएबल सोर्सेस लाइक सोलर, विंड एंड थर्म एनर्जी। सो पंजाब इज़ डूइंग गुड इन दैट ऑल्सो। जिमें कि इन्होंने गल करी है कि भी अगर अच्छा इंफ्रास्ट्रक्चर होएगा तो ऑब्वियसली गल है कंपनी उत्थे काम शुरू करनी है। तो इंडस्ट्री में इन्वेस्टमेंट आने का एक कारण भी है कि जिमें टैक्सटाइल पार्क हो गए, प्रॉपर इंजीनियरिंग पार्क हो गए, ग्रीन एनर्जी प्रोजेक्ट, ये सब कुछ बनाए गए हैं पंजाब दे विच जिहड़ी इन्वेस्टमेंट नूं अट्रैक्ट करते हैं, उहदे बिना जॉब क्रिएट करते हैं तो ओवरऑल जिहड़ी इकोनॉमी आ उहदे विच वाधा लैके आउंदे आ। ठीक है, तो कुछ सैक्टर्स ने जिथे ज़्यादा काम हो रहे इंडस्ट्रीज, फूड प्रोसैसिंग, टैक्सटाइल कपड़ा हो गया, वुलन नेटवेयर हो गया, स्पोर्ट्स हो गई। ठीक है, सो बाकी सारा जो आप जानते हैं कि लुधियाना की एग्जाम्पल हो सकती है कि आपको बोलते हैं द लाइक इट इज़ द इंडस्ट्रियल हब ऑफ नॉर्थ इंडिया। सो वी हैव अ गुड इंडस्ट्रियल बेस। ठीक है, चलो ओके। सो अगेन द सेम चार्ट इज़ हेयर। बस आप मैन्युफैक्चरिंग देख चुके हैं कि सब तो ज़्यादा जी ग्रोथ है अपन कितने देखने मिल रही है मैन्युफैक्चरिंग सैक्टर के, ध्यान च रखना है। सेम आप गल करते हैं सर्विस सैक्टर की। ठीक है, सर्विस सैक्टर की कॉन्ट्रीब्यूशन सब तो ज़्यादा है, ये तो आप काफ़ी बार रिपीट कर चुके हैं, तो याद हो गया होगा। एंड कंसिस्टेंटली जी ग्रोथ है अपन वधदी ही दिखाई दे रही है, विच इज़ अगेन अ वेरी गुड पॉइंट, राइट। सो दिस इज़ द अगेन डाटा। बाकी जो डाटा याद करने वाला सी आपने करना है, बाकी ज़्यादा नंबर से आप नहीं फसना। अच्छा, अगेन सेम चीज़ सर्विस सैक्टर नाल ये अंडर भी वेरियस सैक्टर्स होंगे। ट्रेड होएगा, होटल सर्विसेज, रेस्टोरेंट सर्विसेज हो गई, ट्रांसपोर्ट का काम हो गया, स्टोरेज का, टैलीकम्यूनिकेशनस, ठीक है, कॉल सेंटर्स, ये सारा कुछ कि अंडर आ गया सर्विस सैक्टर के अंडर। ये अगर मैं गल करिए कि सब तो ज़्यादा कॉन्ट्रीब्यूशन कि सैक्टर की है वो है भी अदर सर्विसेज। ठीक है, हुण अदर सर्विसेज की हो गई जो इन्हां तो बिना ने, हैल्थ केयर दे विच, एजुकेशन दे विच, रिक्रिएशनल, पब्लिक एडमिनिस्ट्रेशन, सब कुछ कित्थे आ जाऊगा तुहाडा
अदर सर्विसेज ਦੇ ਵਿੱਚ। ਲੈਟਸ ਜਸਟ ਟਰਾਈ ਟੂ ਰਿਮੈਂਬਰ ਦਿਸ ਵਨ ਪੁਆਇੰਟ, ਠੀਕ ਹੈ। ਚਲੋ Punjab tourism and medical tourism hubs, very very important point discussed in economic survey. Under this survey sector they are talking about specifically tourism. उन्होंने क्या कि ਪੰਜਾਬ ਕੋਲੇ ਬਹੁਤ ਪੋਟੈਂਸ਼ੀਅਲ ਹੈ, ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਵਧਾਵਾ ਦਿੱਤਾ ਜਾ ਸਕਦਾ। ਐਂਡ ਜਿਵੇਂ ਮੈਂ ਗੱਲ ਕਰੀ ਸੀ ਪੰਜਾਬ ਬਜਟ ਦੇ ਵਿੱਚ ਕਿ ਕਾਫੀ ਜਿਹੜੇ ਸਟੈਪਸ ਨੇ ਉਸ ਪੰਜਾਬ ਸਰਕਾਰ ਵੱਲੋਂ ਲਈ ਵੀ ਗਏ ਨੇ। ਉਹਨਾਂ ਨੇ ਕਿਹਾ ਕਿ ਜਿੰਨੀ ਸਾਡੇ ਕੋਲੇ ਲਾਈਕ ਰਿਚਨੈਸ ਹੈ ਪੰਜਾਬ ਦੇ ਵਿੱਚ, ਠੀਕ ਹੈ, ਆਪਾਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ, ਰਿਲੀਜੀਅਸਲੀ ਲਗਾ ਲਓ, ਕਲਚਰਲੀ ਲਗਾ ਲਓ ਐਂਡ ਸੋਸ਼ਲੀ ਆਲਸੋ, ਠੀਕ ਹੈ, ਬਹੁਤ ਵਧੀਆ ਇੱਕ ਮੇਜਰ ਟੂਰਿਜ਼ਮ ਸਪੌਟ ਬਣ ਸਕਦਾ ਹੈ ਪੰਜਾਬ, ਅਤੇ ਇਹ ਤੋਂ ਵੀ ਆਪਾਂ ਪੈਸਾ ਕਮਾ ਸਕਦੇ ਹਾਂ। ਬਟ ਐਗਜ਼ਾਮਪਲ ਦਿੱਤੀਆਂ ਨੇ ਅੰਮ੍ਰਿਤਸਰ ਦੀ ਅਤੇ ਜਲੰਧਰ ਦੀ। ਅੰਮ੍ਰਿਤਸਰ ਦੀ ਐਗਜ਼ਾਮਪਲ ਦੇ ਵਿੱਚ ਉਹਨੇ ਇਹ ਦੱਸਿਆ ਕਿ ਪੰਜਾਬ ਦੇ ਵਿੱਚ ਓਵਰਆਲ ਸਭ ਤੋਂ ਜ਼ਿਆਦਾ ਜਿਹੜਾ ਫੁੱਟਫਾਲ ਹੈ ਜਾਂ ਸਭ ਤੋਂ ਜ਼ਿਆਦਾ ਜਿਹੜਾ ਟੂਰਿਸਟ ਆਉਂਦਾ ਹੈ ਉਹ ਕਿੱਥੇ ਆਉਂਦਾ ਹੈ, ਅੰਮ੍ਰਿਤਸਰ ਆਉਂਦਾ ਹੈ। ਅਤੇ ਇਹਨੂੰ ਐਕਸਪਲੇਨ ਲਾਈਕ ਕਰਨ ਦੀ ਕੋਈ ਲੋੜ ਨਹੀਂ ਹੈ, ਆਪਾਂ ਸਭ ਜਾਣਦੇ ਹਾਂ, ਠੀਕ ਹੈ। ਸੋ ਪਾਕ ਧਰਤੀ ਆ ਉਹ, ਅਤੇ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਲੋਕ ਚਾਹੇ ਰਿਲੀਜੀਅਸ ਪਰਪਸਿਸ ਵਾਸਤੇ, ਰੂਰਲ ਏਰੀਆ ਦੇਖਣ ਵਾਸਤੇ ਸਭ ਤੋਂ ਜ਼ਿਆਦਾ ਲੋਕ ਅੰਮ੍ਰਿਤਸਰ ਵਿਜ਼ਿਟ ਕਰਦੇ ਆ। ਅਤੇ 42% ਓਵਰਆਲ ਜਿਹੜਾ ਟੂਰਿਸਟ ਹੈ ਉਹ ਕਿੱਥੇ ਆ ਰਿਹਾ, ਅੰਮ੍ਰਿਤਸਰ, ਵਿਚ ਇਜ਼ ਅ ਗੁੱਡ ਲਾਈਕ ਵਿਚ ਇਜ਼ ਅ ਵੈਰੀ ਨਾਈਸ ਪੁਆਇੰਟ। ਜਲੰਧਰ ਦੀ ਗੱਲ ਕਰੀਏ, ਜਲੰਧਰ ਇਜ਼ ਬਿਕਮਿੰਗ ਫੇਮਸ ਫॉर ਮੈਡੀਕਲ ਟੂਰਿਜ਼ਮ, ਠੀਕ ਹੈ। ਹੁਣ ਮੈਡੀਕਲ ਟੂਰਿਜ਼ਮ ਸਿੰਪਲ ਚੀਜ਼ ਹੈ, ਪੰਜਾਬ ਦੇ ਵਿੱਚ ਜਾਂ ਓਵਰਆਲ ਇੰਡੀਆ ਦੇ ਵਿੱਚ ਆਪਾਂ ਦੇਖੀਏ ਜਿਹੜਾ ਖਰਚਾ ਹੈ ਹੈਲਥ 'ਤੇ ਉਹ ਘੱਟ ਹੈ ਬਾਕੀ ਦੇਸ਼ਾਂ ਨਾਲੋਂ। ਦੂਸਰਾ ਅੱਛੀਆਂ ਸਰਵਿਸਿਜ਼ ਇੱਥੇ ਮਿਲਦੀਆਂ ਨੇ, ਸੋ ਲੋਕ ਬਾਹਰੋਂ ਆਉਂਦੇ ਨੇ ਇੱਥੇ ਇਲਾਜ ਕਰਵਾਉਣ ਵਾਸਤੇ, ਠੀਕ ਹੈ। ਸੋ ਮੇਨਲੀ ਫਰਟੀਲਿਟੀ ਰਿਲੇਟਡ ਪ੍ਰੋਬਲਮਸ ਹੁੰਦੀਆਂ ਤਾਂ ਲੋਕ ਇੱਥੇ ਆਉਂਦੇ ਆ। ਸੋ ਯੈਸ, ਸੋ ਵੀ ਹੈਵ ਟੂ ਅੰਡਰਸਟੈਂਡ ਦੈਟ ਜਿਹੜਾ NRIs ਵਾਸਤੇ ਜਿਹੜੇ ਨਰਸਿੰਗ ਹੋਮਸ ਨੇ ਪੰਜਾਬ ਦੇ, ਮੇਨ ਜਲੰਧਰ ਦੇ, ਉਹ ਕਾਫੀ ਫੇਮਸ ਹੋ ਰਹੇ ਨੇ। ਸੋ ਅੰਮ੍ਰਿਤਸਰ ਅਤੇ ਜਲੰਧਰ ਦੀ ਜਿਹੜੀ ਐਗਜ਼ਾਮਪਲ ਤੁਸੀਂ ਕੋਟ ਕਰ ਸਕਦੇ ਹੋ ਆਪਣੇ ਆਨਸਰਸ ਦੇ ਵਿੱਚ। ਸੋ ਐਂਡ ਵੀ ਹੈਵ ਅ ਗ੍ਰੇਟ ਪੋਟੈਂਸ਼ੀਅਲ ਫॉर ਟੂਰਿਜ਼ਮ ਐਂਡ ਇਹਦੇ ਲਈ ਆਪਾਂ ਨੂੰ ਹੋਰ ਬਹੁਤ ਕੁਛ ਕਰਨਾ ਹੈ ਜੋ ਇਕੋਨੋਮਿਕ ਸਰਵੇ ਨੇ ਆਪਾਂ ਨੂੰ ਸੁਜੈਸਟ ਕਰਿਆ ਹੈ, ਠੀਕ ਹੈ ਜੀ। ਇਕੋਨਮਿਕ ਗਰੋਥ ਦੀ ਗੱਲ ਹੋ ਗਈ। ਇੱਕ ਹੋਰ ਟਰਮ ਆਪਾਂ ਡਿਸਕਸ ਕਰਨੀ ਹੈ, ਦੈਟ ਇਜ਼ ਪਰ ਕੈਪੀਟਾ ਇਨਕਮ। ਪਰ ਕੈਪੀਟਾ ਇਨਕਮ ਕੀ ਹੁੰਦੀ ਹੈ? ਦੇਖੋ ਜਦੋਂ ਆਪਾਂ GDP ਕੈਲਕੂਲੇਟ ਕਰਦੇ ਹਾਂ, ਆਪਾਂ ਓਵਰਆਲ ਗਰੋਥ ਦੇਖ ਲੈਂਦੇ ਹਾਂ ਕਿ ਕਿਸੇ ਦੇਸ਼ ਨੇ ਕਿੰਨੀ ਤਰੱਕੀ ਕਰੀ ਹੈ। ਹੁਣ ਉਹਦੇ ਵਿੱਚ ਲੋਕਾਂ ਦੇ ਹਿੱਸੇ ਕੀ ਆਇਆ ਉਹ ਦੇਖਣ ਵਾਸਤੇ ਆਪਾਂ ਪਰ ਕੈਪੀਟਾ ਇਨਕਮ 'ਤੇ ਜਾਂਦੇ ਹਾਂ। ਇਫ ਆਈ ਗੋ ਵਿਦ ਫਾਰਮੂਲਾ, ਪਰ ਕੈਪੀਟਾ ਇਨਕਮ ਇਜ਼ ਬੇਸਿਕਲੀ ਟੋਟਲ ਗਰੋਥ ਡਿਵਾਈਡਡ ਬਾਈ ਟੋਟਲ ਪੋਪੂਲੇਸ਼ਨ। ਕਿਸੇ ਦੇਸ਼ ਦੀ ਜਿੰਨੀ GDP ਆ ਉਹਨੂੰ ਉਹਦੀ ਪੋਪੂਲੇਸ਼ਨ ਨਾਲ ਡਿਵਾਈਡ ਕਰ ਦਿਓ, ਜੋ ਇਕੱਲੇ ਇਕੱਲੇ ਦੇ ਹਿੱਸੇ ਆਊਗਾ ਉਹ ਕੀ ਹੋ ਗਿਆ, ਪਰ ਕੈਪੀਟਾ ਇਨਕਮ, ਠੀਕ ਹੈ ਜੀ। ਇੱਦਾਂ ਸਟੇਟ ਲੈਵਲ 'ਤੇ ਵੀ ਹੋਏਗਾ। ਤਾਂ ਆਪਣੇ ਕੋਲ ਡਾਟਾ ਹੈ ਸਟੇਟ ਲੈਵਲ ਦੇ ਉੱਤੇ ਪੰਜਾਬ ਦੀ 2024-25, ਠੀਕ ਹੈ, ਫਾਈਨੈਂਸ਼ੀਅਲ ਈਅਰ ਵਾਸਤੇ ਜਿਹੜੀ ਪਰ ਕੈਪੀਟਾ ਇਨਕਮ ਹੈ ਉਹ ਕੀ ਹੈ, ਨੀਅਰ ਅਬਾਊਟ 2,09,000 रुपीज़। ਇਹ ਪਰ ਕੈਪੀਟਾ ਇਨਕਮ ਹੈ ਪੰਜਾਬ ਦੀ। अगर इनमें कंपेयर करा इंडिया नाल, इंडिया की कितनी है, नियर अबाउट 2 लाख, ऑल्दो सेम बट स्टिल वी हैव मोर पर कैपिटा इनकम। मतलब कंपेयर टू इंडिया पंजाब को पैसा ज़्यादा है, ठीक है, मतलब पर कैपिटा इनकम पंजाब की ज़्यादा है, ये ध्यान च रखना। पर जिवें तुसीं सब जानते हो कि इदां नहीं हुंदा, पैसा जिहड़ा वो ईवनली डिस्ट्रीब्यूट नहीं हैगा। पूरी दुनिया की 1% की क्रीम है उन्होंने कोल मैक्सिमम पैसा, तो बाकी 40% गरीबी च ने। तो इदा अगर मैं पंजाब की गल करा, नो डाउट एवरेज पर कैपिटल इनकम सब की कितनी है, 2,09,000 के करीब। पर अगेन हर एक एरिए की प्रॉब्लम अड है, हर एक एरिए की तरक्की अलग अलग लैवल पर है, तो कुछ अमीर ने कुछ गरीब ने। अमीर गरीब तो मतलब कि कुछ बहुत ज़्यादा जी डेवलपमेंट तरक्की कर चुके हैं, तो कुछ पिछे ने। उस हिसाब नाल अपने को कुछ एग्जाम्पल्स ने जो इकोनॉमिक सर्वे दित्तियां ने। सब तो पहले गल की रूपनगर की, वो कहते रूपनगर की तो पर कैपिटल इनकम सब तो वध है। क्यों? बहुत अच्छा एग्रीकल्चर है, उत्थे एग्रेरियन एरिया है, तो काफ़ी ज़्यादा कॉन्ट्रीब्यूट करता है, तो रूपनगर दे कोल पैसा होना लाजमी है। लुधियाना की गल करिए, लुधियाना दूसरे नंबर पर है बट स्ट्रॉन्ग इन मैन्युफैक्चरिंग, जिदा मैं पहला मैंशन किया, इट इज़ नोन एज दी मैन्युफैक्चरिंग हब ऑफ नॉर्थ इंडिया। सो मैन्युफैक्चरिंग बहुत ज़्यादा है, तो उत्थे दी पर कैपिटा इनकम अच्छी है। अगर मैं साहिबजादा अजीत सिंह नगर मोहाली की गल करा, उन्होंने भी अच्छी है, उत्थे भी क्यों, बिकॉज मैन्युफैक्चरिंग वधिया होंदी है। बट अगर मैं नैगेटिव साइड की गल करा, अपने को कुछ एरियाज़ ने जिहड़े लाइक बॉर्डर एरियाज़ ने, जिवें गुरदासपुर हो गया, तरन ताਰਨ हो गया। सो इत्थे बॉर्डर टेंशनस करके ज़्यादा काम हो ही नहीं पा रहा है ना, इकोनॉमिक एक्टिविटी ट्रस्ट नहीं बनता, उत्थे इन्वेस्टमेंट्स नहीं आंदियां, सो जिहदे करके वो इन्ने ज़्यादा डेवलप्ड या इन्ना उत्थे विकास आपां नूं देखण नूं नहीं मिलिया। सो प्लीज़ ये पॉइंट्स ध्यान च रखने। अच्छा जी, सो बाय दिस आई हैव जस्ट गिवन यू अ ब्रीफ आइडिया। ਇੱਥੇ क्लास खत्म करांगे बिकॉज ये क्लास सी टू क्रिएट अ लिंक बिटवीन पंजाब बजट एंड इकोनॉमिक सर्वे, ठीक है।
आई ਅੰਡਰਸਟੈਂਡ ਲੈਕਚਰਸ ਜ਼ਿਆਦਾ ਨੇ ਬਿਕਾਜ਼ ਸਿੱਖਣ ਵਾਲਾ ਬਹੁਤ ਕੁਛ ਹੈ, ਬਟ ਆਈ ਕੈਨ ਮੇਕ ਸ਼ੋਰ ਦਿਸ ਥਿੰਗ ਇੱਕ ਵਾਰੀ ਪੰਜਾਬ ਬਜਟ ਇਕਨੋਮਿਕਸ ਸਰਵੇ ਆਪਾਂ ਪੜ੍ਹ ਲਿਆ ਤਾਂ ਆਪਾਂ ਕਾਫੀ ਚੀਜ਼ਾਂ ਦੇ ਵਿੱਚ ਕਾਫੀ ਅੱਗੇ ਜਾ ਚੁੱਕੇ ਹੋਵਾਂਗੇ ਆਪਣੇ ਫੈਲੋਸ ਨਾਲੋਂ। ਯੂ ਕੈਨ ਟਰਸਟ ਮੀ ਔਨ ਦੈਟ, ਠੀਕ ਹੈ। ਸੋ ਵੀ ਆਰ ਡਨ ਵਿਦ ਦਿਸ। कल तो इन्फ्लेशन या अदर रिलेटेड एम्प्लॉयमेंट ट्रेंड्स मैं डिस्कस करूँगी। दैन विल कंटिन्यू विद द फर्स्ट चैप्टर, सेकंड चैप्टर दैट इज़ एग्रीकल्चर। एग्रीकल्चर के प्रॉपर चैप्टर होएगा, इंडस्ट्री के चैप्टर पूरा होएगा एंड सर्विसेज से तो थोड़ा बहुत जो कंपोनेंट है पंजाब का वो कवर हो जाएगा, दैट आई कैन गारंटी यू, ठीक है। दिस इज़ ऑल फॉर टुडे, थैंक यू सो मच, वी विल मीट टुमारो।